ਅੱਛਾ ਬੇਟਾ, ਆਪਾਂ ਸਟਾਰਟ ਕਰਦੇ ਹਾਂ। ਕਰੈਕਟਰਿਸਟਿਕ ਰੂਟਸ ਅਤੇ ਕਰੈਕਟਰਿਸਟਿਕ ਵੈਕਟਰਸ ਦੀ ਗੱਲ ਕਰਨ ਲੱਗੇ ਹਾਂ। ਹੁਣ ਆਪਾਂ ਕੱਲ੍ਹ ਕਰੈਕਟਰਿਸਟਿਕ ਰੂਟਸ ਆ ਜਿਹੜਾ ਇਹ ਤੁਹਾਨੂੰ ਪਤਾ ਲੱਗ ਗਿਆ ਕੀ ਹੈ, ਇਹ ਹੁੰਦੀਆਂ ਆਇਨ ਵੈਲਿਊਜ਼। ਪਰ ਆਪਾਂ ਹੁਣ ਕੈਲਕੂਲੇਟ ਕਰਨੇ ਆ ਕਰੈਕਟਰਿਸਟਿਕ ਵੈਕਟਰਸ। ਸੋ ਕਰੈਕਟਰਿਸਟਿਕ ਵੈਕਟਰਸ ਕੀ ਹੁੰਦੇ ਆ? ਸਭ ਤੋਂ ਪਹਿਲਾਂ ਵੈਕਟਰ ਕੀ ਹੁੰਦੇ ਆ? ਲੈਂਥ ਐਂਡ ਮੈਗਨੀਟਿਊਡ ਜਿਹਦੀ ਹੁੰਦੀ ਹੈ ਨਾ, ਉਹਨੂੰ ਆਪਾਂ ਕਰੈਕਟਰਿਸਟਿਕ ਵੈਕਟਰ ਕਹਿ ਦਿੰਦੇ ਹਾਂ। ਪਰ ਇੱਥੇ ਜਿਹੜੇ ਕੋਲਮ ਆ ਰਾਜੇ ਜਿਹੜੇ ਅਤੇ ਰੋ ਹੁੰਦੇ ਆ, ਇਹ ਵੀ ਆਪਣੇ ਆਪ 'ਚ ਵੈਕਟਰ ਹੀ ਹੁੰਦੇ ਆ, ਕਿਉਂਕਿ ਹਰੇਕ ਕੋਲਮ ਦੀ ਇੱਕ ਲੈਂਥ ਹੁੰਦੀ ਹੈ ਅਤੇ ਹਰੇਕ ਕੋਲਮ ਦੀ ਇੱਕ ਡਾਇਰੈਕਸ਼ਨ ਹੁੰਦੀ ਹੈ, ਤਾਂ ਕਰਕੇ ਇਹਨੂੰ ਵੀ ਵੈਕਟਰ ਕਿਹਾ ਜਾ ਸਕਦਾ। ਚਲੋ ਇਹ ਕੰਸੈਪਟ ਡਿਫਰੈਂਟ ਆ ਵੀ ਮੈਂ ਹੁਣ ਪੁਆਇੰਟ ਤੋਂ ਪਾਸੇ ਹੋ ਕੇ ਇਹ ਚੀਜ਼ ਨਹੀਂ ਸ਼ੋਅ ਕਰੂੰਗਾ ਵੀ ਇਹਨੂੰ ਵੈਕਟਰ ਕਿਵੇਂ ਸ਼ੋਅ ਕੀਤਾ ਜਾ ਸਕਦਾ ਇੱਕ ਕੋਲਮ ਨੂੰ। ਬਸ ਦਿਮਾਗ 'ਚ ਰੱਖ ਲਿਓ ਵੀ ਇੱਕ ਕੋਲਮ ਨੂੰ ਕੋਲਮ ਵੈਕਟਰ ਵੀ ਕਹਿ ਦਿੰਦੇ ਆ ਅਤੇ ਰੋ ਨੂੰ ਰੋ ਵੈਕਟਰ ਵੀ ਕਹਿ ਦਿੰਦੇ ਆ, ਕਿਉਂਕਿ ਇਹਨਾਂ ਦੀ ਆਪਣੀ ਡਾਇਰੈਕਸ਼ਨ ਅਤੇ ਮੈਗਨੀਟਿਊਡ ਹੁੰਦੀ ਹੈ। ਚਲੋ ਹੁਣ ਆਪਾਂ ਇੱਕ ਕਰੈਕਟਰਿਸਟਿਕ ਵੈਕਟਰ ਜਿਹੜਾ, ਜੇ ਇਹਨੂੰ ਆਇਨ ਵੈਕਟਰ ਵੀ ਕਹਿ ਦਿੰਦੇ ਆ, ਇੱਕੋ ਹੀ ਗੱਲ ਆ, ਆਇਨ ਵੈਕਟਰ। ਆਇਨ ਵੈਕਟਰ ਵੀ ਕਹਿ ਦਿੰਦੇ ਆ। ਅੱਛਾ, ਹੁਣ ਆਪਾਂ ਇਹ ਵੈਲਿਊ ਕੈਲਕੂਲੇਟ ਕਰਨੀ। ਸਭ ਤੋਂ ਪਹਿਲਾਂ ਜਿਹੜਾ ਡੈਫੀਨੇਸ਼ਨ ਇੱਥੇ ਤੁਹਾਨੂੰ ਮੈਂ ਦੱਸ ਦਿੰਦਾ ਆਇਨ ਵੈਕਟਰ ਕੀ ਹੁੰਦਾ। ਜਦੋਂ ਆਪਾਂ ਕਹਿੰਦੇ ਸੀ ਨਾ ਵੀ ਦੇਅਰ ਐਗਜ਼ਿਸਟ ਏ ਨੋਨ ਜ਼ੀਰੋ ਐਕਸ ਸੱਚ ਦੈਟ ਏ ਐਕਸ ਇਜ਼ ਇਕੁਅਲ ਟੂ ਲੈਮਡਾ ਐਕਸ, ਇਹ ਜਿਹੜਾ ਐਕਸ ਆ ਇਹਨੂੰ ਆਇਨ ਵੈਕਟਰ ਕਹਿੰਦੇ ਆ, ਅਤੇ ਜਿਹੜਾ ਲੈਮਡਾ ਇਹਨੂੰ ਆਇਨ ਵੈਲਿਊ ਕਹਿੰਦੇ ਆ। ਹੁਣ ਜੇ ਤੁਹਾਨੂੰ ਕੋਈ ਕਹਿੰਦਾ ਵੀ ਆਇਨ ਵੈਲਿਊ ਪਹਿਲਾਂ ਆਉਂਦਾ ਜਾਂ ਆਇਨ ਵੈਕਟਰ ਪਹਿਲਾਂ ਆਉਂਦਾ, ਇਹ ਇਕੱਠੇ ਆਉਂਦੇ ਆ, ਇੱਕੋ ਟਾਈਮ ਹੀ ਆਉਂਦੇ ਆ। ਠੀਕ ਆ, ਹੁਣ ਆਪਾਂ ਇਹਨੂੰ ਕੈਲਕੂਲੇਟ ਕਰੀਏ। ਸਭ ਤੋਂ ਪਹਿਲਾਂ ਇਹਦੀਆਂ ਆਇਨ ਵੈਲਿਊਜ਼ ਦੇਖਾਂਗੇ। ਆਇਨ ਵੈਲਿਊਜ਼ ਕਿਵੇਂ ਕੈਲਕੂਲੇਟ ਕੀਤੀਆਂ ਜਾਂਦੀਆਂ ਹੁੰਦੀਆਂ, ਮੈਂ ਕੱਲ੍ਹ ਕੀਤਾ ਸੀਗਾ। ਏ ਮਾਈਨਸ ਲੈਮਡਾ ਆਈ, ਇਹ ਮੈਟ੍ਰਿਕਸ ਕੈਲਕੂਲੇਟ ਕਰਨੀ ਪੈਣੀ ਹੈ ਪਹਿਲਾਂ ਆਪਾਂ ਨੂੰ। ਠੀਕ ਆ, ਤੁਸੀਂ ਥੋੜ੍ਹਾ ਜਿਹਾ ਨਾ ਲੈਮਡਾ ਆਈ, ਜਿਵੇਂ ਮੈਂ ਇੱਥੇ ਸਿੱਧਾ ਹੁਣ ਡਾਇਗਨਲ 'ਚੋਂ ਐਲੀਮੈਂਟ ਘਟਾ ਦਿੰਦਾ, ਤੁਸੀਂ ਥੋੜ੍ਹਾ ਜਿਹਾ ਕਰ ਦਿਆ ਕਰੋ। ਠੀਕ ਆ, ਕਿਉਂਕਿ ਤੁਹਾਨੂੰ ਤਾਂ ਇੱਕ ਹੀ ਕੁਐਸਚਨ ਆਉਣਾ ਪੇਪਰ 'ਚ। ਇੱਥੋਂ ਵੀ ਡਾਇਗਨਲ 'ਚੋਂ ਲੈਮਡਾ ਘਟਾ ਦਿਓ, ਇੱਥੋਂ ਵੀ ਡਾਇਗਨਲ 'ਚੋਂ ਲੈਮਡਾ। ਏ ਮਾਈਨਸ ਲੈਮਡਾ ਆਈ ਆ ਗਏ, ਜਾਣੀ ਕਿ ਇਹਦਾ ਡਿਟਰਮੀਨੈਂਟ ਕੈਲਕੂਲੇਟ ਕਰਨਾ। ਇਹਦਾ ਡਿਟਰਮੀਨੈਂਟ ਕੀ ਹੋਊਗਾ, ਜਿਹੜਾ ਉਸ ਨੂੰ ਆਪਾਂ ਕੀ ਕਹਿੰਦੇ ਹੁੰਦੇ ਹਾਂ, ਕਰੈਕਟਰਿਸਟਿਕ ਇਕੁਏਸ਼ਨ। ਇਕੁਏਸ਼ਨ ਇਜ਼ ਕੀ ਆਊਗੀ, ਇਹਦਾ ਡਿਟਰਮੀਨੈਂਟ ਏ ਮਾਈਨਸ ਲੈਮਡਾ ਆਈ ਇਜ਼ ਇਕੁਅਲ ਟੂ 0। ਸੋ ਇਹਦਾ ਡਿਟਰਮੀਨੈਂਟ ਕਰ ਦਿੰਦੇ ਹਾਂ ਆਪਾਂ, ਏ ਮਾਈਨਸ ਲੈਮਡਾ ਮਾਈਨਸ 6 2 ਮਾਈਨਸ 6 7 ਮਾਈਨਸ ਲੈਮਡਾ ਮਾਈਨਸ 4 2 ਮਾਈਨਸ 4 3 ਮਾਈਨਸ ਲੈਮਡਾ। ਇਹਦਾ ਡਿਟਰਮੀਨੈਂਟ ਇਹਨੂੰ 0 ਦੇ ਬਰਾਬਰ ਰੱਖ ਲਓ। ਰਾਜੇ ਕਈ ਬੱਚੇ ਕੱਲ੍ਹ ਮੈਨੂੰ ਪਿਕ ਭੇਜੀ ਸੀਗੀ, ਉਹ ਆਪਰੇਸ਼ਨ ਇੱਥੋਂ ਡਾਇਗਨਲ 'ਚੋਂ ਇਹ ਐਲੀਮੈਂਟ ਕਾਮਨ ਕੱਢੀ ਜਾਂਦੇ ਆ। ਉਹਦਾ ਕੁਛ ਸੀਗਾ ਵੀ ਇੱਥੇ 2 ਮਾਈਨਸ ਲੈਮਡਾ ਆ ਗਿਆ, ਇੱਥੇ ਵੀ 2 ਮਾਈਨਸ ਲੈਮਡਾ, ਇੱਥੇ ਵੀ 2, ਉਹਨੇ ਡਾਇਗਨਲ 'ਚੋਂ ਕਾਮਨ ਕੱਢ ਲਿਆ। ਠੀਕ ਆ, ਸਟੂਡੈਂਟ ਨੇ ਇੱਦਾਂ ਥੋੜ੍ਹੀ, ਇਹ ਕਿਹੜਾ ਆਪਰੇਸ਼ਨ ਦੇਖ ਲਿਆ ਤੁਸੀਂ ਡਾਇਗਨਲ 'ਚੋਂ ਐਲੀਮੈਂਟ ਕਾਮਨ ਕੱਢਣ ਵਾਲਾ, ਜਾਂ ਰੋ 'ਚੋਂ ਨਿਕਲਦਾ ਹੁੰਦਾ ਜਾਂ ਕੋਲਮ 'ਚੋਂ ਨਿਕਲਦਾ ਹੁੰਦਾ। ਇੱਕ ਗੱਲ ਹੋਰ ਹੁੰਦੀ ਹੈ ਕਿ ਜਦੋਂ ਡਿਟਰਮੀਨੈਂਟ 'ਚੋਂ ਕੁਛ ਕਾਮਨ ਕੱਢਦੇ ਹੋ ਤਾਂ ਬਾਹਰ ਡਿਵਾਈਡ ਵੀ ਕਰਨਾ ਪੈਂਦਾ ਆਪਾਂ ਨੂੰ। ਠੀਕ ਆ, ਜਾਂ ਸੌਰੀ ਜੇ ਪ੍ਰੋਡਕਟ ਕਰਨਾ ਤਾਂ ਬਾਹਰ ਡਿਵਾਈਡ ਕਰਨਾ ਪੈਂਦਾ। ਅਦਰਵਾਈਜ਼ ਜੋ ਕਾਮਨ ਜੇ ਇੱਕ ਰੋ 'ਚੋਂ ਕੱਢੋਗੇ ਤਾਂ ਇੱਥੇ ਲਿਖੋਗੇ, ਦੂਸਰੀ 'ਚੋਂ ਲਿਖੋਗੇ ਤਾਂ ਉਹ ਸਕੇਅਰ ਹੋ ਜਾਂਦਾ ਹੁੰਦਾ, ਉਹ ਵੀ ਬਾਹਰ ਆਉਂਦਾ ਹੁੰਦਾ। ਤੀਸਰੇ ਕਾਲਮ 'ਚੋਂ ਕੱਢੋਗੇ ਉਹ ਵੀ ਬਾਹਰ ਆਊਗਾ। ਮਤਲਬ ਇਹ ਨਹੀਂ ਵੀ ਇੱਕ ਹੀ ਵਾਰੀ, ਜਿਵੇਂ ਮੈਟ੍ਰਿਕਸ 'ਚੋਂ ਇੱਕ ਐਂਟਰੀ ਕਾਮਨ ਨਿਕਲ ਜਾਂਦੀ ਆ, ਇਹ ਉਹੋ ਜਿਹੇ ਆਪਰੇਸ਼ਨ ਨਹੀਂ ਹੁੰਦੇ। ਡਿਟਰਮੀਨੈਂਟ ਦੇ ਆਪਰੇਸ਼ਨ ਪੜ੍ਹੋ ਪਲੱਸ 2 'ਚ ਜਿਹੜੇ ਕੀਤੇ ਸੀ ਤੁਸੀਂ। ਜੇ ਨਹੀਂ ਲਾਉਣੇ ਆਉਂਦੇ ਤਾਂ ਸਿੱਧਾ ਸਿੰਪਲ ਸ਼ੋਅ ਕਰ ਦਿਓ ਨਾ, ਇਹਦਾ ਡਿਟਰਮੀਨੈਂਟ ਕੋਈ ਆਪਰੇਸ਼ਨ ਲਾਓ ਹੀ ਨਾ, ਸਿੱਧਾ ਨਹੀਂ ਸੋਲਵ ਕਰਦੇ ਤੁਸੀਂ, ਸਿੱਧਾ ਸੋਲਵ ਕਰ ਦਿਓ। ਅਤੇ ਇਹਨੂੰ ਡਿਟਰਮੀਨੈਂਟ ਤੁਸੀਂ ਆਪੇ ਕਰ ਲਿਓ। ਇਹਦਾ ਡਿਟਰਮੀਨੈਂਟ ਸੋਲਵ ਕਰਕੇ ਤੁਹਾਡੇ ਕੋਲ ਇਹ ਆ ਜਾਊਗਾ, ਲੈਮਡਾ ਕਿਊਬ 18 ਲੈਮਡਾ ਸਕੇਅਰ ਮਾਈਨਸ 45 ਲੈਮਡਾ ਇਜ਼ ਇਕੁਅਲ ਟੂ 0। ਹੁਣ ਇਹਦੀ ਵੈਲਿਊ ਇਹ ਆ ਗਈ, ਦੂਜੇ ਪਾਸੇ 0 ਆ ਗਈ। ਹੁਣ ਇਹਦੇ ਰੂਟਸ ਕੈਲਕੂਲੇਟ ਕਰਨੇ ਆ ਤੁਸੀਂ। ਇਹਦੇ ਰੂਟਸ ਕੈਲਕੂਲੇਟ ਕਰਨ ਦਾ ਇੱਕ ਤਰੀਕਾ ਕੱਲ੍ਹ ਮੈਂ ਤੁਹਾਨੂੰ ਦੱਸਤਾ ਸੀਗਾ। ਠੀਕ ਆ, ਉਹ ਵੀ ਹੋ ਸਕਦਾ, ਪਰ ਜਦੋਂ ਪਤਾ ਲੱਗੀ ਜਾਂਦਾ ਇੱਥੇ ਵੀ ਲੈਮਡਾ ਇੱਕ ਬਾਹਰ ਆ ਰਿਹਾ, ਕਾਮਨ ਆ ਰਿਹਾ, ਸੋ ਲੈਮਡਾ ਨੂੰ ਬਾਹਰ ਕੱਢ ਲਿਆ। ਲੈਮਡਾ ਸਕੇਅਰ ਮਾਈਨਸ 18 ਲੈਮਡਾ ਮਾਈਨਸ 45, ਇਹ ਬਚ ਗਿਆ ਨਾ ਆਪਣੇ ਕੋਲੇ। ਸੋ ਇਹਦੇ ਫੈਕਟਰ ਕਿਹੜੇ ਬਣ ਗਏ, ਲੈਮਡਾ ਮਾਈਨਸ 3 ਲੈਮਡਾ ਮਾਈਨਸ 15 ਇਜ਼ ਇਕੁਅਲ ਟੂ 0। ਸੋ ਲੈਮਡਾ ਆ ਗਿਆ 0 3 15। ਜਦੋਂ ਆਇਨ ਵੈਲਿਊ ਤੁਹਾਡੀਆਂ ਆ ਗਈਆਂ, ਤੁਸੀਂ ਇਹਨਾਂ ਦਾ ਸਮ ਕਰਕੇ ਦੇਖ ਲੈਣਾ 18, ਅਤੇ ਫਿਰ ਇੱਥੇ ਡਾਇਗਨਲ ਐਂਟਰੀ ਦਾ ਸਮ ਕਰ ਲੈਣਾ 8 7 15 ਅਤੇ 3 18। ਇਹ ਇਕੁਅਲ ਹੁੰਦਾ ਹਮੇਸ਼ਾ। ਠੀਕ ਹੈ, ਇਹ ਤੁਹਾਡਾ ਚੈੱਕ ਹੋ ਜਾਊਗਾ ਵੀ ਆਇਨ ਵੈਲਿਊ ਸਹੀ ਆ ਗਈਆਂ ਕਿ ਨਹੀਂ। ਹੁਣ ਉਸ ਤੋਂ ਬਾਅਦ ਆਪਾਂ ਮੇਨ ਕੰਮ ਕਰਨਾ ਇਹ ਆਇਨ ਵੈਕਟਰ ਕੈਲਕੂਲੇਟ ਕਰਨ ਦਾ ਕੰਮ। ਸਭ ਤੋਂ ਪਹਿਲਾਂ ਆਇਨ ਵੈਕਟਰ ਹੁੰਦਾ ਕੀ ਆ?
ठीक है। ये आपां नूं पता द आयन वैक्टर एक्स हुंदा है पर ये कॉलम हुंदा राजे, ते दूजा ये नॉट इक्वल टू नल मैट्रिक्स। सो इसका मतलब जीरो के बराबर नहीं हुंदा, ठीक है। तो जानी कि ये नल मैट्रिक्स है ना जी, दिमाग च रखियो भी ये गल कर रहा मैं इत्थे, क्योंकि इत्थे 3 एंट्रियां। सो इसका मतलब जीरो इत्थे की होगी 0 0 0। इसका मतलब ये नहीं भी ये सिंगल जीरो होगी 0 1 2 3, वो नहीं है, नल मैट्रिक्स है। एक्स नॉट इक्वल टू नल कॉलम कह लो या नल कॉलम, जीरो कॉलम कह लो या, ठीक है, ये बराबर नहीं हो सकता। पहला मान लो आयन वैक्टर दिस लेट, पहले तो आप मन्निया भी ये आयन वैक्टर आ कोरसपोंडिंग टू आयन वैल्यू, किहड़ी आयन वैल्यू चुनी है, 3 अपने को मैं पहली चुन ली। जानी कि एक चीज़ आ राजी, एक आयन वैल्यू के कोरसपोंडिंग एक आयन वैक्टर आ जाता होंगे अपने को, कई बारी 2 भी आ जाते एक दे कोरसपोंडिंग, कई बारी 3 भी आ जाते एक दे कोरसपोंडिंग, ठीक है जी। सो ये कोई मसला नहीं है, ये हजे तक आपां नूं पता नहीं है भी किन्नियां आउणगियां किन्ने नहीं आउणगे। सब तो पहला आयन वैक्टर की हुंदा, ए एक्स लैमडा एक्स है ना, यानी कि एक्स इनू सैटिस्फाई करता होंदा। सो ए एक्स दूजे पासे की आऊगा 0 एक्स। राजे ਜਿਹੜੇ क्वेश्चन मैं करवाउणा ना, जिवें एक्सरसाइज के क्वेश्चन आ, थोड़ी जी थ्योरी जी आ जाती है, मैनू ये एक बारी जिहड़ा पेपर के पॉइंट ऑफ व्यू तो वो करवावां। तुसीं जिवें ये एक्सरसाइज क्वेश्चन जिहड़े भी आउंदे आ, जिहड़े मेरे करवाए हुए आ है ना, उन्हां नाल दे आ, मैं आम तौर पर तो मैं देखदा ही हाँ भी किहड़े किहड़े आ रहे हैं, पर जिन्ने जिहड़े मैं करवा रहा उन्हां नाल दा सारे क्वेश्चन कर लिया करो, ठीक है। जे हुण मान लो कोई थ्योरी जी वाला क्वेश्चन है ना, थ्योरम जी टाइप का इन्हां च आउणगे, ਉਹਦੇ ਨਾਲ ना ਖੁਜੋ, सगों ਉਹਦੀ फोटो क्लिक करके मैनू भेज दो जे नहीं आउंदा ਤੁਹਾਨੂੰ। कई बारी की हुंदा भी बुक नवीं बुक होवे तुहाडे कोले जां मेरे कोले होवे, ਉਹ कई बारी क्वेश्चन ना मैंशन नहीं हुंदा विच, जां कई बारी निगाह चों रह जांदा, मैं इमानदारी नाल कहां कई बारी निगाह चों रह जांदा भी ये फलाना क्वेश्चन सी। जे तुहानूं कोई ऑड जिहा क्वेश्चन लगदा ਜਿਹਦੇ ਤੇ ਤੁਸੀਂ ਟਾਈਮ ਦੇ ਖੁੱਝ ਰਹੇ ਹੋ, ਤਾਂ ਉਹ ਤੁਸੀਂ ਆਪ ਨਾ ਖੁਜੋ, ਉਹਦੀ ਫੋਟੋ ਖਿੱਚ ਕੇ ਮੈਨੂੰ ਭੇਜ ਦਿਓ। ਅੱਜ ਇੱਕ ਸਟੂਡੈਂਟ ਨੇ ਭੇਜੀ ਵੀ ਹੈ, ਪਰ ਉਹ ਮੈਂ ਹੁਣ ਕਰੂੰਗਾ ਕੱਲ੍ਹ ਨੂੰ, ਠੀਕ ਹੈ। ਜੇ ਮੈਨੂੰ ਲੱਗਿਆ ਵੀ ਉਹ ਕਰਵਾਉਣ ਵਾਲਾ ਕੁਐਸਚਨ ਹੈਗਾ, ਜੇ ਮੈਨੂੰ ਲੱਗਾ ਕਿ ਐਵੇਂ ਥੋੜ੍ਹਾ ਟਾਈਮ ਖਰਾਬ ਕਰਨ ਵਾਲਾ, ਫਿਰ ਮੈਂ ਨਹੀਂ ਕਰਵਾਉਣਾ, ਫਿਰ ਮੈਂ ਉਹਨੂੰ ਕਹਿ ਦੂੰਗਾ ਰਹਿਣ ਦੇ, ਪਰ ਤੁਸੀਂ ਫੋਟੋ ਖਿੱਚ ਕੇ ਮੈਨੂੰ ਭੇਜ ਦਿਆ ਕਰੋ, ਠੀਕ ਹੈ। ਚਲੋ AX ਜ਼ਿਕਰ ਆਪ ਨਾ ਖੋਜੋ, ਆਪ ਤੁਸੀਂ ਖੋਜਣ ਵਾਸਤੇ ਥੋੜ੍ਹੀ ਕਰਦੇ ਹੋ ਸਾਰਾ ਕੁਛ, ਪੜ੍ਹਦੇ ਹਾਂ ਅਸੀਂ ਕਾਹਦੇ ਵਾਸਤੇ ਇੱਥੇ, ਠੀਕ ਹੈ। ਇਹ ਆ ਜੂਗੀ 0 ਨੂੰ ਇਹਦੇ ਨਾਲ ਪ੍ਰੋਡਕਟ ਕੀਤਾ 0 ਬਣ ਗਿਆ, ਠੀਕ ਹੈ। ਇਹ ਤਾਂ ਬਹੁਤ ਸੌਖਾ ਜਿਹਾ ਕੰਮ ਹੋ ਗਿਆ ਰਾਜੇ ਤੁਹਾਡਾ, ਠੀਕ ਹੈ। ਵੈਸੇ ਦੇਖਿਆ ਜਾਵੇ ਨਾ ਐਂ ਕਰੀਦਾ ਹੁੰਦਾ, ਇਹ ਸਟੈਪ ਨਹੀਂ ਕਰਨਾ ਆਪਾਂ। AX ਇਜ਼ ਇਕੁਅਲ ਟੂ 0x, AX ਇਜ਼ ਇਕੁਅਲ ਟੂ 0 IX, ਹੈ ਨਾ, ਇਹੀ ਸਟੈਪ ਰੱਖਿਆ ਕਰਨਾ ਆਪਾਂ ਹਮੇਸ਼ਾ। ਪਹਿਲਾਂ ਇਹ ਸਿੰਪਲ ਹੋਇਆ ਕਰੂ, ਕਿਉਂਕਿ ਅਗਲੀ ਵਾਰ 0 ਦੀ ਜਗ੍ਹਾ 'ਤੇ 2 ਆ ਜਾਣਾ, 3 ਆ ਜਾਣਾ, 15 ਆ ਜਾਣਾ, ਫਿਰ ਇਹ ਸਟੈਪ ਫੋਲੋ ਕਰਾਂਗੇ। 0 IX, ਹੁਣ A-0I ਨੂੰ ਇੱਧਰ ਰੱਖ ਲਓ, X ਨੂੰ ਬਾਹਰ ਕੱਢ ਲਿਆ, ਦੂਜੇ ਪਾਸੇ 0, ਇਹੀ ਬਣ ਜੂਗਾ ਨਾ, ਠੀਕ ਹੈ। ਸ਼ਾਰਟ 'ਚ ਤਾਂ ਨਹੀਂ ਹੋ ਗਿਆ ਨਾ, ਇਹ ਸਾਰਾ ਸਮ ਇੱਧਰ ਲੈ ਆਇਆ ਮੈਂ ਮਟੀਰੀਅਲ, ਅਤੇ ਐਕਸ ਆ ਜਿਹੜਾ ਉਹਨੂੰ ਬਾਹਰ ਕੱਢ ਲਿਆ, ਦੂਜੇ ਪਾਸੇ ਫਿਰ 0 ਬਣ ਗਈ। ਹੁਣ ਇਹਨੂੰ ਦੇਖੋ ਸੋਲਵ ਕਰਕੇ ਵੀ ਇਹ ਕੀ ਬਣਦਾ। ਹੁਣ ਮੈਂ ਲਿਖੂੰਗਾ ਵੀ ਹਾਂ ਇਹ ਤਾਂ AX ਇਜ਼ ਇਕੁਅਲ ਟੂ 0 ਬਣ ਗਿਆ, ਠੀਕ ਹੈ। ਹੁਣ X ਫਾਈਂਡ ਆਊਟ ਕਰਨਾ, ਇਹ ਆਪਾਂ ਦੇਖਣਾ। ਹੁਣ A ਕੀ ਸੀਗੀ, ਇਹ ਤੁਹਾਨੂੰ ਅਗਲੀ ਜਦੋਂ ਪ੍ਰੋਬਲਮ ਕਰਾਈ ਨਾ ਉਦੋਂ ਪਤਾ ਲੱਗੂਗਾ। A ਕੀ ਸੀ, A -62 -6 7 -4 2 -4 3 X Y Z, 0 ਕੀ ਹੈ 0 0 0। ਮੈਂ ਕਿਹਾ ਸੀ ਨਾ ਮੈਂ ਆਹ 0 ਲਾਊਂਗਾ, ਤਾਂ ਉਹੀ ਲਾ ਲਈ। X Y Z ਦੀ ਵੈਲਿਊ ਕੱਢਣੀ ਆ ਬਸ। X ਇਹੀ ਸੀ ਨਾ, ਆਪਾਂ ਸ਼ੁਰੂ 'ਚ ਆਹ ਦੇ ਲਿਖਿਆ ਪਿਆ। X Y Z ਦੀ ਵੈਲਿਊ ਕੱਢੋ, ਕਿਵੇਂ ਕੱਢੀਏ ਹੁਣ ਇਹਦੀ ਵੈਲਿਊ, ਕਿੰਨੀ ਵਾਰ ਕੀਤਾ। ਇਹ ਹੋਮੋਜੀਨੀਅਸ ਸਿਸਟਮ ਬਣ ਗਿਆ ਰਾਜੇ, ਹੋਮੋਜੀਨੀਅਸ ਸਿਸਟਮ,
ਬਣ ਗਿਆ ਨਾ। ਆਪਾਂ ਕੀਤਾ ਸੀ ਰੈਂਕ ਵੇਰੀਏਬਲ ਦੇ ਬਰਾਬਰ ਹੋ ਜੇ ਤਾਂ ਇਨਫਾਈਨਾਈਟ ਸੋਲਿਊਸ਼ਨ ਹੁੰਦੇ ਆ, ਨਾ ਸੌਰੀ ਜੇ ਬਰਾਬਰ ਹੋਵੇ ਤਾਂ ਸਿਰਫ ਇਕਲੌਤਾ ਸੋਲਿਊਸ਼ਨ ਹੁੰਦਾ 0 0 0। ਜੇ ਵੇਰੀਏਬਲ ਤੋਂ ਗਿਣਤੀ ਘੱਟ ਹੋਵੇ, ਰੈਂਕ ਮਤਲਬ ਛੋਟਾ ਹੋਵੇ ਤਾਂ ਇਨਫਾਈਨਾਈਟ ਸੋਲਿਊਸ਼ਨ ਹੁੰਦੇ ਆ। ਫਿਰ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਕਿੰਨੇ ਲੱਭ ਸਕਦੇ ਆ, ਕਿਵੇਂ ਲੱਭਣੇ ਹੁੰਦੇ ਆ, ਕੁਛ ਵੇਰੀਏਬਲ ਦੀ ਵੈਲਿਊ ਆਪਾਂ ਆਪਣੀ ਮਰਜ਼ੀ ਨਾਲ ਭਰ ਸਕਦੇ ਆ। ਯਾਦ ਆਇਆ? ਉਹ ਕੁਐਸਚਨ ਬਣ ਗਿਆ। ਹੁਣ ਇਸ ਸਟੈਪ ਤੋਂ ਬਾਅਦ ਇਹ ਤੁਹਾਡੀ ਪਿਛਲੀ ਐਕਸਰਸਾਈਜ਼ ਬਣ ਜੂਗੀ ਹੋਮੋਜੀਨੀਅਸ ਸਿਸਟਮ ਵਾਲੀ, ਤੇ ਬਣੂਗੀ ਵੀ ਹੋਮੋਜੀਨੀਅਸ ਸਿਸਟਮ ਵਾਲੀ, ਨੋਨ ਹੋਮੋਜੀਨੀਅਸ ਸਿਸਟਮ ਵਾਲੀ ਨਹੀਂ ਬਣਨੀ। ਮਤਲਬ ਇੱਧਰਲੇ ਪਾਸੇ 0 0 0 ਹੀ ਹੋਇਆ ਕਰੂਗਾ। ਦੇਖ ਲਿਓ ਅਗਲਾ ਪਾਰਟ ਕਰੂੰਗਾ ਜਦੋਂ ਮੈਂ ਲੈਮਡਾ 0 ਵਾਸਤੇ ਕਰ ਰਿਹਾ ਨਾ, ਹਜੇ 2 ਆਇਨ ਵੈਲਿਊ ਹੋਰ ਪਈਆਂ, ਉਹਨਾਂ ਵਾਸਤੇ ਵੀ ਆਇਨ ਵੈਕਟਰ ਲੱਭਣਾ। ਉਦੋਂ ਤੁਹਾਨੂੰ ਪਤਾ ਲੱਗੂਗਾ ਬਈ ਇਹ ਜਿਹੜਾ ਹੈਗਾ ਹਰ ਵਾਰ ਇੱਧਰਲੇ ਪਾਸੇ 0 0 0 ਹੀ ਬਣ ਜਾਂਦੀਆਂ। ਹੁਣ ਇਹਨੂੰ ਕਿਵੇਂ ਹੱਲ ਕਰਾਂ? ਬੜੇ ਤਰੀਕੇ ਕੀਤੇ ਆ। ਇਹਨੂੰ ਏ ਮੰਨ ਕੇ ਏ ਤੇ ਰੋ ਆਪਰੇਸ਼ਨ ਲਾ ਲਓ, ਹੈ ਨਾ। ਏ ਤੇ ਰੋ ਆਪਰੇਸ਼ਨ ਲਾਉਂਗੇ। ਪਹਿਲਾ ਆਪਰੇਸ਼ਨ ਲਾਤਾ ਤੁਸੀਂ 8 ਨੂੰ 8 ਦੀ ਹੈਲਪ ਨਾਲ ਇਹਨੂੰ ਬ੍ਰੇਕ ਕਰਨਾ ਸ਼ੁਰੂ ਕਰਤਾ, ਹੈ ਨਾ। ਜਿਵੇਂ ਵੀ ਤੁਹਾਡਾ ਮਨ ਆ, ਐਕਲਨ ਫਾਰਮ ਆ, ਜਿਵੇਂ ਵੀ 2 ਨੂੰ ਉੱਪਰ ਲੈ ਜਾਈਏ, 2 ਨੂੰ ਉੱਪਰ ਲੈ ਗਏ 2 -4 3 -6 7 -4 8 -6 2। ਇਹ ਮੈਂ ਚੇਂਜ ਕਰਤਾ R1 ਨੂੰ R3 ਨਾਲ। ਹੁਣ ਹੋਰ ਆਪਰੇਸ਼ਨ ਲਾਓ। ਅਗਲੇ ਪਾਰਟ 'ਚ ਨਾ ਮੈਂ ਇਹਦੇ 'ਤੇ ਹੀ ਆਪਰੇਸ਼ਨ ਲਾ ਦੇਣੇ ਆ, ਠੀਕ ਹੈ। ਮੈਂ ਤੁਹਾਨੂੰ ਕਿਉਂਕਿ ਅਗਲੀ ਵਾਰ ਮੈਟ੍ਰਿਕਸ ਹੋਰ ਤਰ੍ਹਾਂ ਦੀ ਬਣੂਗੀ। ਆਪਾਂ ਤੁਸੀਂ ਉੱਥੇ ਵੀ ਫਿਰ ਗਲਤੀ ਨਾਲ ਏ ਲਿਖੋਗੇ। ਐਂ ਕਰੋ ਏ ਨਾ ਲਿਖੋ, ਕਿਉਂਕਿ ਇੱਥੇ ਹੀ ਇਹ ਏ ਰਹੀ ਆ, ਕਿਉਂਕਿ ਇੱਧਰ 0 ਸੀ ਨਾ, ਇਹ ਤਾਂ ਏ ਰਹਿ ਗਈ, ਅਦਰਵਾਈਜ਼ ਇੱਥੇ ਏ ਨਹੀਂ ਰਹਿੰਦੀ। ਇੱਥੇ ਤੁਸੀਂ ਲਿਖੋ ਜੋ ਇਹ ਮੈਟ੍ਰਿਕਸ ਹੁੰਦੀ ਆ 8 -6 2 -6 7 -4 2 -4 3। ਹੁਣ ਠੀਕ ਆ, ਪਹਿਲਾ ਆਪਰੇਸ਼ਨ ਲਾਤਾ। ਉਸ ਤੋਂ ਬਾਅਦ 2 ਦੀ ਹੈਲਪ ਨਾਲ ਬਾਕੀਆਂ ਨੂੰ 0 ਬਣਾਓ, ਠੀਕ ਆ। ਉਹ ਆਪਰੇਸ਼ਨ ਕਿਹੜੇ ਕਿਹੜੇ ਆਉਣਗੇ? R2 + 3R1 R3 -4R1, ਠੀਕ ਆ। ਇਹ 0 0 ਹੋ ਜਾਣਗੇ। ਇੱਥੇ -5 5 ਰਹਿ ਜੂਗਾ, ਇੱਥੇ 10 -10 ਰਹਿ ਜੂਗਾ। ਸੋ ਇੱਕ ਹੋਰ ਆਪਰੇਸ਼ਨ ਹੋ ਗਿਆ। ਉਸ ਤੋਂ ਬਾਅਦ ਇੱਕ ਹੋਰ ਆਪਰੇਸ਼ਨ, ਇਹਦੀ ਹੈਲਪ ਨਾਲ ਇਹਨੂੰ 0 ਕਰੋ। 2 -4 3 0 -5 5। ਅਤੇ ਇੱਥੇ ਕੀ ਰਹਿ ਜੂਗਾ? ਇੱਕ ਆਪਰੇਸ਼ਨ ਹੋਰ ਲਾ ਦਿਓ R3 + 2R2। ਕੀ ਬਣੂਗਾ? 0। ਇਹ ਵੀ ਬਣ ਜੂਗਾ 0, ਇਹ ਵੀ ਬਣ ਜੂਗਾ। ਹੁਣ ਇਹ ਐਕਲਨ ਫਾਰਮ 'ਚ ਹੈ? ਹਾਂ, ਇਹ ਐਕਲਨ ਫਾਰਮ 'ਚ ਹੈ। ਇਹਦਾ ਰੈਂਕ ਇਹੀ ਹੈ ਨਾ, ਇਹਦਾ ਰੈਂਕ ਕਿੰਨਾ ਆਊਗਾ ਹੁਣ? ਦੇਅਰਫੋਰ ਰੈਂਕ ਆਫ, ਐਂ ਲਿਖ ਦਿੰਦੇ ਆ, ਰੈਂਕ ਆਫ 8 -6, ਕਿਉਂਕਿ ਇਹਦਾ ਨਾਂ ਕੋਈ ਵੀ ਨਹੀਂ ਹੈ। ਤੁਹਾਨੂੰ ਲੱਗਦਾ ਇਹ ਏ ਹੈ, ਪਰ ਹਰੇਕ ਕੁਐਸਚਨ 'ਚ ਇਹ ਏ ਨਹੀਂ ਰਹਿੰਦੀ ਹੁੰਦੀ, ਇਹ ਬਦਲ ਜਾਂਦੀ ਹੁੰਦੀ ਹੈ। ਏਜ ਕਿੰਨਾ ਬਣ ਗਿਆ? 2, ਹੈ ਨਾ, ਕਿਉਂਕਿ ਇਹਦੀਆਂ 2 ਰੋਜ਼ ਆ, ਸੋ ਇਹਦਾ ਮਤਲਬ ਇਹਦਾ ਵੀ 2 ਹੈ। ਲੈਸ ਦੈਨ ਨੰਬਰ ਆਫ ਵੇਰੀਏਬਲਸ। ਚਲੋ ਜੀ, ਜਾਣੀ ਕਿ ਇੱਕ ਆਪਣੇ ਕੋਲੇ ਵੇਰੀਏਬਲ ਤੋਂ ਛੋਟਾ ਆ ਗਿਆ, ਇਹਦਾ ਮਤਲਬ ਇਨਫਾਈਨਾਈਟ ਸੋਲਿਊਸ਼ਨ ਤਾਂ ਹੈਗੇ ਆ, ਠੀਕ ਆ। ਹੁਣ ਆਪਾਂ ਦੇਖਣਾ ਵੀ ਉਹ ਲੱਭਣੇ ਕਿਵੇਂ ਆ। ਜੇ ਬਰਾਬਰ ਆ ਜਾਂਦਾ ਫਿਰ ਇਹਦਾ ਮਤਲਬ ਕੀ ਹੈ? ਨਾ ਕੋਈ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਹੋਣਾ ਸੀ, ਨਾ ਕੁਛ ਹੋਰ ਹੋਣਾ ਸੀ, ਨਾ ਹੀ ਇਨਫਾਈਨਾਈਟ ਸੋਲਿਊਸ਼ਨ ਹੋਣੇ ਸੀਗੇ, ਤਾਂ ਸਿਰਫ 0 0 0 ਸੋਲਿਊਸ਼ਨ ਆ ਜਾਣਾ ਸੀ। ਪਰ ਇਹਦਾ ਮਤਲਬ ਹੁਣ ਨੋਨ ਜ਼ੀਰੋ ਸੋਲਿਊਸ਼ਨ ਵੀ ਹੈ, ਇਨਫਾਈਨਾਈਟ ਸੋਲਿਊਸ਼ਨ ਵੀ ਹੈ, ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਵੀ ਹੈ। ਰਾਜੇ ਜਿਹੜਾ ਆਇਨ ਵੈਕਟਰ ਹੁੰਦਾ ਨਾ, ਬਸ ਇੱਕ ਵਾਰੀ ਮੈਂ ਥੋੜ੍ਹਾ ਜਿਹਾ ਧਿਆਨ ਨਾਲ ਸੁਣ ਲਓ, ਆਇਨ ਵੈਕਟਰ ਆ ਜਿਹੜਾ ਉਹ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਹੁੰਦਾ। ਇਸ ਸਿਸਟਮ ਦਾ ਜਦੋਂ ਤੁਸੀਂ ਆਹ ਸਾਰਾ ਕੁਛ ਕਰ ਲਿਆ, ਇਹਨੂੰ ਬਰਾਬਰ ਰੱਖ ਲਿਆ, ਇੱਥੇ 0 ਭਰ ਲਈ, ਇਹਨੂੰ ਇੱਧਰ ਲੈ ਆਏ, ਅਤੇ ਅਲਟੀਮੇਟਲੀ ਜਦੋਂ ਸੋਲਵ ਕਰਕੇ ਇਹ ਚੀਜ਼ ਬਣ ਗਈ ਨਾ, ਇਹ ਸਿਸਟਮ ਦਾ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ, ਚਾਹੇ ਉਹ 2 ਹੋਣ, ਚਾਹੇ ਉਹ 1 ਹੋਵੇ, ਚਾਹੇ ਉਹ 10 ਹੋਣ, ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਆ ਜਿਹੜੇ ਇਸ ਸਿਸਟਮ ਦੇ, ਉਹ ਹੁੰਦੇ ਆ ਆਇਨ ਵੈਕਟਰ। ਸੋ ਅਲਟੀਮੇਟਲੀ ਮੈਂ ਇਸ ਸਿਸਟਮ ਦਾ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਲੱਭ ਰਿਹਾ। ਸੋ ਉਹ ਲੱਭਣ ਵਾਸਤੇ ਕੀ ਕਰਨਾ ਸੀਗਾ? ਓਬਵੀਅਸਲੀ ਇਹਦੇ 'ਤੇ ਰੋ ਆਪਰੇਸ਼ਨ ਲਾ ਕੇ ਐਕਲਨ ਫਾਰਮ ਬਣਾਉਣੀ ਸੀ ਤਾਂ ਕਿ ਇਹਦਾ ਰੈਂਕ ਪਤਾ ਲੱਗੇ। ਸੋ ਰੈਂਕ ਪਤਾ ਲੱਗਿਆ 2 ਕੀ ਹੈ? ਵੇਰੀਏਬਲ ਤੋਂ ਘੱਟ, ਇਹਦਾ ਮਤਲਬ ਇੱਕ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਮਿਲੂਗਾ। ਇਹਦਾ ਮਤਲਬ ਇੱਕ ਆਇਨ ਵੈਕਟਰ ਹੈਗਾ। ਹੋ ਸਕਦਾ ਸੀ 2 ਹੁੰਦੇ, ਹੋ ਸਕਦਾ 3 ਹੁੰਦੇ, ਠੀਕ ਆ। ਇਹ ਚੀਜ਼ ਆਪਾਂ ਦੇਖਣੀ ਆ। ਹੁਣ ਇੱਥੇ ਦੇਖੋ
देयरफॉर सिस्टम हैज़ 3 - 2 क्योंकि 3 वेरीएबल आ, 2 रैंक आ, 1 लीनियरली इंडिपेंडेंट सोल्यूशन। हुण आपां एक लीनियरली इंडिपेंडेंट सोल्यूशन आ ते एक वेरीएबल की वैल्यू जो मर्जी भर सकते हैं। देयरफॉर वी कैन पुट ਜਾਂ वी कैन गिव 1 वेरीएबल एनी वैल्यू, मतलब एक वेरीएबल ਨੂੰ जो मर्जी वैल्यू ਆਪਾਂ ਦੇ ਸਕਦੇ ਹਾਂ। ਹੁਣ ਆਪਾਂ ਦੇਖਣਾ ਵੀ ਉਹ वेरीएबल ਲੱਭੀਏ ਕਿਵੇਂ, तो ਉਹਦੇ ਵਾਸਤੇ ਜਿਹੜੀ ਇਹ ਐਂਡ ਤੇ ਸਿੰਪਲੀਫਾਈ ਕਰਕੇ ਜਿਹੜੀ ਐਕਲਨ ਫਾਰਮ ਆਈ ਆ ਇਹਨੂੰ ਇੱਥੇ ਲਿਖ ਦਈਦਾ ਹੁੰਦਾ ਇਹਦੀ ਜਗ੍ਹਾ ਤੇ, ਕਿਉਂਕਿ ਇਹ ਜਿਹੜੀ ਰੋ ਐਕਲਨ ਫਾਰਮ ਹੁੰਦੀ ਹੈ ਨਾ ਰਾਜੇ, ਇਹਨੂੰ ਜੇ ਆਪਾਂ ਨਵੀਂ ਰੋ ਆਪਰੇਸ਼ਨ ਲਾ ਕੇ ਇਸ ਮੈਟ੍ਰਿਕਸ ਦੀ ਜਗ੍ਹਾ ਤੇ ਨਵੀਂ ਮੈਟ੍ਰਿਕਸ ਜੇ ਰੱਖੀਏ, ਪਰ ਰੱਖੀਏ ਰੋ ਆਪਰੇਸ਼ਨ ਲਾ ਕੇ ਤਾਂ ਕੋਈ ਫਰਕ ਨਹੀਂ ਪੈਂਦਾ ਹੁੰਦਾ। बहुत वड्डी जोमैट्री है ये पिछे, मैं तुहानूं दसूँगा, पर फाइनल ईयर च होए जदों उदों सैकेंड ईयर च भी नहीं समझा सकते ये चीज़ नूं। ਇਹਦੇ ਤੇ रो ऑपरेशन ला के जिन्ने मर्जी रो ऑपरेशन ला ला मैं, यानी कि ਜਿਹੜਾ भी नवां सिस्टम बनूगा ਉਹਦਾ ਤੇ ਉਹਦੇ ਆਨਸਰ ਆ ਜਿਹੜੇ ਉਹ ਇਹਦੇ ਵਾਲੇ ਰਹਿਣਗੇ, मतलब कोई फर्क नहीं पैंदा ਹੁੰਦਾ। यानी कि मैं ਹੁਣ ਇਹ ਕਿਵੇਂ ਇਹਦੇ ਤੇ रो ऑपरेशन ला के ਇਹ मैट्रिक्स बनाई है, सो ਇਹਦੀ जगह मैं ਇੱਥੇ ਇਹਨੂੰ ਲਾਉਣ ਲੱਗਾ। सो ਆਪਣੇ ਕੋਲੇ ਕੀ ਆ ਜਾਊਗਾ 2 - 4 3 0 - 5 5 0 0 0, ਇੱਥੇ ਕੀ ਆ ਗਿਆ x y z 0 0 0। ਹੁਣ ਤੁਹਾਡੇ ਮਾਈਂਡ 'ਚ ਇਹ ਵੀ ਆ ਸਕਦਾ ਵੀ ਸਰ ਇਹਨੂੰ ਅੱਡ ਕੱਢ ਕੇ ਕਿਉਂ ਲਿਖਿਆ ਇੱਥੇ, ਫਿਰ ਆਪਰੇਸ਼ਨ ਲਾਏ ਤੇ ਫਿਰ ਜਿਹੜੀ ਇਹ ਬਣੀ ਆ ਇਹਨੂੰ ਚੱਕ ਕੇ ਇੱਥੇ ਰੱਖਿਆ। ਇਹਦੋਂ ਬੈਟਰ ਸੀ ਵੀ ਇੱਥੇ ਹੀ ਆਪਰੇਸ਼ਨ ਲਾਉਂਦੇ ਰਹਿੰਦੇ। ਆਪਾਂ ਅਗਲਾ ਸਟੈਪ ਆਈ ਕਰਾਂਗੇ, ਇਹਨੂੰ ਕੱਢ ਕੇ ਬਾਹਰ ਨਹੀਂ ਲਿਆਉਣਾ, ਇੱਥੇ ਹੀ ਆਪਰੇਸ਼ਨ ਲਾ ਦੇਣੇ ਆ ਮੈਂ ਸਾਰੇ। ਇਹ ਆ ਗਈ, ਹੁਣ ਇਹਨੂੰ ਖੋਲ ਲਓ 2x - 4y + 3z = 0। ਇਹਨੂੰ ਖੋਲੋ -4 5y + 5z = 0। ਹੁਣ ਇੱਕ ਵੇਰੀਏਬਲ 'ਚ ਐਕਸਪ੍ਰੈਸ ਕਰਨਾ ਸ਼ੁਰੂ ਕਰ ਦਿਓ ਤੇ ਵੇਰੀਏਬਲ ਘਟਾਉਣੇ ਸ਼ੁਰੂ ਕਰ ਦਿਓ। देखो मैनू पता इत्थे y की वैल्यू की आऊगी z आऊगी, तो मैं वेरीएबल घटाऊँगा हुण इहदी हैल्प नाल। किवें इहदे च पुट कर दो की आऊगा 2x - 4y की जगह z + 3z = 0। सो 2x की आ गया -z = 0। सो 2x आ गया z के बराबर, x आ गया z/2। देखो x z ਦੇ ਵਿੱਚ ਐਕਸਪ੍ਰੈਸ ਹੋ ਗਿਆ, y z ਦੇ ਵਿੱਚ ਐਕਸਪ੍ਰੈਸ ਹੋ ਗਿਆ, ਤੇ z ਤਾਂ z ਦੇ ਬਰਾਬਰ ਹੁੰਦਾ ਹੀ ਹੈ। ਹੁਣ ਆਪਾਂ ਕੀ ਲੱਭਣਾ ਚਾਹੁੰਦੇ ਆ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ। ਦੇਖੋ ਜੇ ਤੁਹਾਡਾ ਮਨ ਕਰਦਾ ਵੀ ਇੱਥੇ z ਦੀ ਵੈਲਿਊ k ਭਰ ਦਈਏ ਤਾਂ ਕਿ z ਆ ਜੇ k, x ਆ ਜੇ k/2, y ਆ ਜੇ k, ਤਾਂ ਵੀ ਕੋਈ ਚੱਕਰ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਹੈ। ਠੀਕ ਆ, ਪ੍ਰੋਬਲਮ ਮੈਂ ਆਪਦਾ ਤਰੀਕਾ ਰਾਜੇ ਕਰਨ ਦਾ। ਦੇਖੋ ਮੰਨ ਲਓ ਆਪਾਂ ਦੋ ਤਰੀਕਿਆਂ ਨਾਲ ਕਰਦੇ ਹਾਂ। ਮੰਨ ਲਓ ਇਹ ਪੋਰਸ਼ਨ ਆ ਜਿਹੜਾ ਆਪਾਂ ਨਹੀਂ ਕਰਨਾ, ਠੀਕ ਆ, ਇਹ ਆਪਾਂ ਨਹੀਂ ਕਰਨਾ, ਇਹ ਆਪਾਂ ਕਰਾਂਗੇ ਇੱਧਰਲਾ। ਠੀਕ ਆ, एक्स ਇੱਥੇ ਮੰਨ ਲਓ ਕੋਈ ਸਟੂਡੈਂਟ ਕਹਿੰਦਾ ਮੈਂ z ਦੀ ਵੈਲਿਊ k ਭਰਨੀ ਆ। ਸੋ z ਦੀ ਵੈਲਿਊ k ਆ ਗਈ, x ਦੀ ਵੈਲਿਊ ਕੀ ਆ ਗਈ k/2, y ਦੀ ਵੈਲਿਊ k ਆ ਗਈ। ਤੇ ਇਹ ਸਟੂਡੈਂਟ ਇੱਧਰਲਾ ਕਹਿੰਦਾ ਵੀ ਮੈਂ ਕੁਛ ਵੀ ਨਹੀਂ ਕਰਨਾ। ਠੀਕ ਆ, ਇਹ ਕਹਿੰਦਾ ਮੈਂ ਬਸ ਆਈ ਸਿੱਧਾ ਲਿਖ ਕੇ ਆਈ ਚਲਾ ਦੇਣਾ। ਇਹ x y z ਆਏ ਲਿਖ ਲਿਆ। x ਦੀ ਵੈਲਿਊ ਕੀ ਆਈ ਹੋਈ ਆ z/2, y ਦੀ ਵੈਲਿਊ ਕੀ ਆਈ ਹੋਈ ਆ z, z ਦੀ ਵੈਲਿਊ ਕੀ ਆਈ ਹੋਈ ਆ z। ठीक है, तो ये की कहता फिर कहता बाद च मैं z कॉमन कट दूंगा, पिछे की बच जूगा 1/2 1 1। ये आ गया अपना लीनियरली इंडिपेंडेंट सोल्यूशन, जिन्हों की कहने आप आयन वैक्टर। ठीक है, पर दूसरे पासे ये की कहता, ये कहता मैं वैल्यू भरी हुई है, ये कहता मैं x y z की वैल्यू आए लिखूँगा, फिर x की वैल्यू k/2 भरूँगा, y की वैल्यू k भरूँगा, z की वैल्यू k भरूँगा, तो k बाहर कढ़ दूँगा। की फर्क पिया, तो ये कहता मेरा लीनियरली इंडिपेंडेंट सोल्यूशन आ गया ए वाला, ए आयन वैक्टर। कोई फर्क होया? ये बंदे ने इत्थे पहला सारे इनफाइनाइटली मैनी सोल्यूशन लभते, ये सर्कल च जिहड़ा मैं ड्रॉ करी जाना सारे इनफाइनाइट सोल्यूशन आ गए। के दी वैल्यू कहूगा जो मर्जी भर लो, आपे तुहाडे कोले इनफाइनाइट सोल्यूशन आई जाणगे। तो उस तो बाद इन्हें लीनियरली इंडिपेंडेंट सोल्यूशन लभता। ये बंदे ने कोई इनफाइनाइट सोल्यूशन नहीं लभे, इन्हें सीधा लीनियरली इंडिपेंडेंट सोल्यूशन लभता, यानी कि आयन वैक्टर लभता। बस ये एक स्टैप एक्सट्रा कर गया।
ਇਹਨੇ ਇਨਫਾਈਨਾਈਟ ਸੋਲਿਊਸ਼ਨ ਵੀ ਦੇਤੇ ਤੇ ਨਾਲ ਤੁਹਾਨੂੰ ਕਹਤਾ ਕਿ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਇਹ ਆਉਂਦਾ, ਇਹਨੇ ਸਿੱਧਾ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਦਿੱਤਾ। ਠੀਕ ਹੈ, ਇੰਨਾ ਕੁ ਫਰਕ ਆ। ਮੈਂ ਤੁਹਾਨੂੰ ਸਲਾਹ ਕਹੂੰਗਾ ਕਿਉਂਕਿ ਇੱਥੇ ਸਭ ਤੋਂ ਵੱਧ ਲੋੜ ਆਪਾਂ ਨੂੰ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਦੀ ਹੈ, ਸੋ ਡਾਇਰੈਕਟ ਇੱਥੋਂ ਇਹ ਵਾਲਾ ਮੈਥਡ ਚੁਣ ਲਓ, ਇਹ ਜਿਹੜਾ ਇਹਨੂੰ ਰਹਿਣ ਦਿਓ। ਜੇ ਤਾਂ ਉਹਨੇ ਇਨਫਾਈਨਾਈਟ ਸੋਲਿਊਸ਼ਨ ਪੁੱਛੇ ਹੁੰਦੇ ਫਿਰ ਆਪਾਂ ਇਸ ਪਾਥ ਤੋਂ ਵੀ ਆ ਸਕਦੇ ਸੀ ਇੱਧਰ। ਠੀਕ ਆ, ਕਈ ਵਾਰੀ ਕੀ ਕਰਦੇ ਆ ਸਟੂਡੈਂਟ, ਇੱਥੇ ਇਨਫਾਈਨਾਈਟ ਸੋਲਿਊਸ਼ਨ ਵੀ ਦੱਸ ਦਿੰਦੇ ਆ ਤੇ ਉਸ ਤੋਂ ਬਾਅਦ ਕਹਿ ਦਿੰਦੇ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਪਤਾ ਕਰਦਾ ਵੇ ਕੀ ਆ ਇਹ ਵਾਲਾ, ਸੋ ਇਹ ਸਰਕਲ ਵਾਲਾ ਪੋਰਸ਼ਨ ਕਰਕੇ ਇਹ ਕਰ ਦਿੰਦੇ ਆ। ਇਹ ਗਲਤ ਨਹੀਂ ਹੈ ਰਾਜੇ, ਗਲਤ ਕੁਛ ਵੀ ਨਹੀਂ। ਚਾਹੇ ਇਸ ਤੋਂ ਬਾਅਦ ਇੱਥੇ ਆ ਜਾਓ, ਚਾਹੇ ਇਸ ਤੋਂ ਬਾਅਦ ਇੱਥੇ ਆ ਜਾਓ, ਕੋਈ ਗਲਤ ਨਹੀਂ ਹੈ। ਚਾਹੇ ਇਸ ਤੋਂ ਬਾਅਦ ਇਹ ਸਰਕਲ 'ਚ ਆ ਜਾਓ, ਸਰਕਲ ਤੋਂ ਬਾਅਦ ਇਹ ਵਾਲਾ ਕੰਮ ਕਰ ਦਿਓ ਜਿਹੜਾ ਇੱਥੇ ਕੀਤਾ, ਉਹ ਵੀ ਨਹੀਂ ਗਲਤ, ਕੁਛ ਗਲਤ ਨਹੀਂ ਹੈ, ਜਿਹੜਾ ਮਰਜ਼ੀ ਤੁਸੀਂ ਕਰ ਸਕਦੇ ਹੋ। ਪਰ ਇੱਕ ਚੀਜ਼ ਆ, ਜਦੋਂ ਆਇਨ ਵੈਕਟਰ ਪੁੱਛਿਆ ਦੈਨ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਦਾ ਤੁਹਾਨੂੰ ਲੱਭਣਾ ਹੀ ਪੈਣਾ। ਠੀਕ ਆ, ਸੋ ਅਗਲੀ ਆਇਨ ਵੈਲਿਊ ਵਾਸਤੇ ਦੇਖਦੇ ਹਾਂ। ਇਹ ਦੇਖੋ x ਨੋਨ ਜ਼ੀਰੋ ਮਤਲਬ ਨॉट ਇਕੁਅਲ ਟੂ ਨਲ ਕਾਲਮ ਇਜ਼ ਆਇਨ ਵੈਕਟਰ ਕੋਰਸਪੋਂਡਿੰਗ ਟੂ ਲੈਮਡਾ ਇਜ਼ ਇਕੁਅਲ ਟੂ 3। ਠੀਕ ਹੈ, देयरफॉर ਕੀ ਆਊਗਾ ਫਿਰ, ax इज इक्वल टू लैम्डा x, दैट इज ax इज इक्वल टू 3x। ठीक है, ਹੁਣ देखो, ਹੁਣ ਤੁਹਾਨੂੰ ਪਤਾ ਲੱਗੂਗਾ ਕਿ ਮੈਂ ਉਹ ਸਟੈਪ ਕਿਉਂ ਕੀਤੇ ਸੀ। ਸਭ ਤੋਂ ਪਹਿਲਾਂ ax ਇਹਦੀ ਜਗ੍ਹਾ ਤੇ 3ix ਇੱਥੇ ਲਾ ਲਓ। ਹੁਣ ਉਸ ਤੋਂ ਬਾਅਦ ax ਤੇ 3ix ਨੂੰ ਇੱਧਰ ਲਿਆਓ, ਦੂਜੇ ਪਾਸੇ ਕੀ ਰਹਿ ਗਿਆ 0। ਹੁਣ ਇਹਦੇ ਚੋਂ x ਕਾਮਨ ਕੱਢ ਲਓ, इधरले पासे ला लो इज इक्वल टू 0 बन जाऊगा। हुण जानी कि आपां की कॉमन कड्ढीए, a माइनस 3i, सॉरी इनू सॉल्व करना a माइनस 3i नू। a की सीगा अपने कोले a माइनस 6 2 माइनस 6 7 माइनस 4 2 माइनस 4 3 है ना, तो 3i की होगा 1 0 0 0 1 0 0 0 1 है ना। ये आ गई एक मैट्रिक्स ताड़ी, इत्थे आ गया x इज इक्वल टू 0। x भी आई नहीं लिखना हुण क्योंकि मैट्रिक्स लिखती, तो इत्थे मैं लिखूँगा x y z, कॉलम च लिखोगे, प्रोडक्ट करती है। सॉल्व करो, ये आ जाऊगा 8 माइनस 3 माइनस 6 2 माइनस 6 7 माइनस 3 माइनस 4 2 माइनस 4 3 माइनस 3। ये आ गई ताड़ी मैट्रिक्स। इधर आ गया एक्स वाई जैड इज इक्वल टू, इत्थे भी 0 0, इत्थे भी 0 0 0। खोल के लिखता ना, सारा खोल के लिख दिओ, एक्स नू भी 0 नू भी, ये मैट्रिक्स नू भी। एक चीज़ ध्यान ना देखो राजे, ये चीज़ आप पहला a माइनस लैम्डा आई कैलकुलेट की सी ना, इत्थे की कैलकुलेट कर रहे हैं a माइनस 3i, सो लैम्डा की जगह पर की आया 3, सो इत्थे ही 3 भर देंगे आप। देखो a माइनस 3 7 माइनस 3 3 माइनस 3, यही बन जाना सी ना। देखो 8 माइनस 3 7 माइनस 3 3 माइनस 3। ठीक है, तो ये तुसी ये स्टैप आ जिहड़ा ये भावें रहन दिओ, इहदी नहीं लोड़, क्योंकि इन्ना डिटेल नाल भी नहीं करना ना। आपां एक बारी कीती है मेहनत जदों, तो आपां उत्थे बस लैम्डा की जगह 3 भर देंगे, ये काम तुहाडा आ जाऊगा। ठीक है, तो अपने कोले मैट्रिक्स की बन गई। फिर अगले स्टैप च हुण मैं सीधा लैम्डा की जगह 3 भर देना, 5 माइनस 6 2 माइनस 6 4 माइनस 4 2 माइनस 4 0 एक्स वाई जैड 0 0 0। हुण एक चीज़ याद रखियो, हुण मैं ये ते मैट्रिक्स ते डायरैक्ट ऑपरेशन लाउण लगा, इनू बाहर कढ़ के ये रो ऑपरेशन नहीं लाउण लगा। ठीक है, उहदे नाल तुहानूं लगूगा भी सर हुण सानूं किवें पता लगूगा भी ए आ जिहड़ा उहदे ते रो ऑपरेशन लाउणे आ, उहनूं बाहर कढ़ के रो ऑपरेशन लाउणे आ जां सिद्धे लाउणे आ। कुछ नहीं है राजे, आपदी मर्जी करो। ठीक है, जिवें तुहानूं जी करदा उवें कर लो, इहदे च कोई चक्कर नहीं है। मैं हुण इहदे ते डायरैक्ट रो ऑपरेशन लाउण लगा, देखते हैं की आउंदा अपने कोले। ठीक है, ये मैट्रिक्स आ अपने कोले, मैं दोबारा लिख ला इत्थे क्योंकि अदरवाइज थोड़ा पता नहीं लगना। 5 माइनस 6 2 बन गई, माइनस 6 4 माइनस 4 बन गई, 2 माइनस 4 0 बन गई, एक्स वाई जैड 0 0 0। ठीक है, जदों तुसी वैसे पहली एक्सरसाइज च लीनियरली इंडिपेंडेंट सोल्यूशन करते हो उदों भी तुसी ऐं कर सकते हो। मैं जान के नवा टॉपिक करके थोड़ा जिहा हौली चल रहा, वैसे ये क्वेश्चन इन्ने लंबे भी नहीं है। अच्छा, सब तो पहला हुण मैं कैलकुलेट करिए आपां
ਇਹਦੇ ਤੇ ਆਪਰੇਸ਼ਨ ਲਾਈਏ ਹੈ ਨਾ, ਆਪਰੇਸ਼ਨ ਲਾਈਏ ਜਿਹੜਾ ਬੁੱਕ ਵਾਲੇ ਨੇ ਲਾਇਆ, ਮੈਂ ਵੈਸੇ ਲਾਈ ਜਾਣਾ, ਵੈਸੇ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ, ਤੁਸੀਂ ਤੁਹਾਨੂੰ ਪਤਾ ਵੀ ਐਕਲਨ ਫਾਰਮ 'ਚ ਕਨਵਰਟ ਕਰਨਾ ਜਿਵੇਂ ਮਰਜ਼ੀ ਕਰ ਲਓ। ਇਹਨੇ ਆਪਰੇਸ਼ਨ ਲਾਇਆ, ਕੀ ਬਣ ਗਿਆ, ਪਹਿਲੀਆਂ ਦੋਵਾਂ ਨੂੰ ਜੋੜਤਾ ਅਤੇ ਪਹਿਲੀ ਨੂੰ ਚੇਂਜ ਕਰਤਾ, ਕੀ ਆਊਗਾ -1 -2 ਅਤੇ -2, ਦੂਜੀ ਹੈ ਜਿਹੜੀ ਉਹਨੂੰ ਸੇਮ ਰਹਿਣ ਤਾ, ਇੱਥੇ XYZ ਹੀ ਰਹਿਣ ਤਾ, ਇੱਧਰ 0 0 0 ਹੀ ਰਹਿਣ ਤਾ। ਦੇਖੋ ਹੁਣ ਮੈਂ ਬਾਹਰ ਨਹੀਂ ਕੱਢੀ, ਇਹ ਮੈਟ੍ਰਿਕਸ ਸੀ, ਇੱਥੇ ਹੀ ਆਪਰੇਸ਼ਨ ਲਾ ਕੇ XYZ ਵੀ ਨਾਲ ਪਿਆ ਹੋਇਆ, 0 0 ਵੀ ਨਾਲ ਪਿਆ, ਸਿੱਧਾ ਹੀ ਆਪਰੇਸ਼ਨ ਲਾਉਣ ਲੱਗ ਗਿਆ। ਮੈਂ ਐਂ ਕਹਿਣਾ ਹੁੰਦਾ, ਐਂ ਵੀ ਲਾ ਸਕਦੇ ਹੋ ਤੁਸੀਂ, ਖੁੱਲੀ ਛੁੱਟੀ ਆ ਬਸ, ਜਿਵੇਂ ਇਹ ਵੀ ਕਰ ਸਕਦੇ ਹੋ। ਹਾਂ, ਇਹਨੂੰ ਬਾਹਰ ਕੱਢ ਕੇ ਇਹਦੇ 'ਤੇ ਆਪਰੇਸ਼ਨ ਲਾ ਕੇ ਐਂਡ 'ਤੇ ਇਹਦੀ ਜਗ੍ਹਾ ਰੱਖ ਸਕਦੇ ਹੋ, ਕੋਈ ਪ੍ਰੋਬਲਮ ਨਹੀਂ, ਠੀਕ ਹੈ। R2 -6R1 R3 + 2R1, ਇਹ ਆਪਰੇਸ਼ਨ ਲਾਤਾ। ਅਗਲੀ ਵਾਰ ਇਹ ਕੀ ਬਣ ਜੂਗਾ, ਹੁਣ ਤੁਹਾਡੇ ਦਿਮਾਗ 'ਚ ਆਊਗਾ ਵੀ XYZ 'ਤੇ ਕੋਈ ਅਸਰ ਹੁੰਦਾ ਹੀ ਨਹੀਂ ਹੁੰਦਾ ਅਕਸਰ XYZ 'ਤੇ, ਕਿਉਂਕਿ ਜਦੋਂ ਤੁਸੀਂ ਇਹ ਦੇਖੋ, ਮੇਰੀ ਗੱਲ ਸੁਣੋ ਧਿਆਨ ਨਾਲ, 2 ਨੂੰ ਪ੍ਰੋਡਕਟ ਕੀਤਾ 2x + 2y ਨਾਲ, ਕੀ ਬਣੂਗਾ 4x + 4y, ਅਤੇ x ਤਾਂ x ਹੀ ਰਹਿ ਗਿਆ, y ਤਾਂ y ਰਹਿ ਗਈ, ਬਦਲ ਕੀ ਗਿਆ, ਇੱਥੇ 2 2 ਸੀਗਾ, ਹੁਣ 4 4 ਬਣ ਗਿਆ। ਸੋ ਇਸ ਕਰਕੇ XY ਹੈ ਜਿਹੜੇ, ਇਹਨਾਂ 'ਤੇ ਨਹੀਂ ਕੋਈ ਅਸਰ ਉਸਰ ਹੁੰਦਾ, ਠੀਕ ਆ। ਜੇ ਇਹਨੂੰ ਪ੍ਰੋਡਕਟ ਕਰਕੇ 2 ਨਾਲ ਪ੍ਰੋਡਕਟ ਕਰਕੇ ਇਹਨੂੰ 3x + 4y 'ਚ ਐਡ ਕਰੋ, ਕੀ ਬਣੂਗਾ, 2 ਤੇ 2 4 ਤੇ 3 7x, 2 2 4 ਤੇ 4 8y। XY ਤਾਂ ਉਵੇਂ ਹੀ ਆ ਜਾਂਦਾ ਨਾ ਇਕੱਲਾ, ਇਹ ਥੋੜ੍ਹੀ ਆ ਵੀ ਅਗਲੇ ਸਟੈਪ 'ਚ ਇੱਥੇ x² ਬਣ ਜੂਗਾ, ਅਗਲੇ ਸਟੈਪ 'ਚ ਇੱਥੇ y² ਬਣ ਜੂਗਾ, ਉਹਨੇ ਤਾਂ ਉਵੇਂ ਰਹਿਣਾ। ਸੋ ਇਹ XYZ ਆਈ ਰਹਿੰਦੇ ਹੁੰਦੇ ਆ। ਅੱਛਾ, ਇਹ ਕੀ ਬਣ ਜੂਗਾ, 2 ਨਹੀਂ ਗਲਤ ਹੋ ਗਿਆ, -1 -2 -2 0 16 8 0 -8 -4, ਇੱਕ ਆਪਰੇਸ਼ਨ ਹੋਰ ਲਾ ਦਿਓ, R3 + 1/2 R2, ਕੀ ਆ ਜਾਊਗਾ ਆਪਣੇ ਕੋਲੇ, -1 -2 -2 0 16 8, ਇਹ ਬਣ ਜੂਗਾ 0 0 0। ਠੀਕ ਹੈ ਜੀ। ਹੁਣ ਇੱਥੇ ਇੱਕ ਲਿਖਣੀ ਆ ਆਪਾਂ ਚੀਜ਼ ਵੀ ਇਹ ਜਿਹੜੀ ਮੈਟ੍ਰਿਕਸ ਸੀ ਇਹਦਾ ਰੈਂਕ ਕਿੰਨਾ, ਇਹਨੂੰ ਕਹਿ ਦਿੰਦੇ ਕੋਐਫੀਸ਼ੀਐਂਟ ਮੈਟ੍ਰਿਕਸ। ਸੋ ਇੱਥੇ ਜਿਵੇਂ ਬੁੱਕ ਵਾਲੇ ਨੇ ਲਿਖਿਆ, ਹੁਣ ਬਾਰ-ਬਾਰ ਇਹਨੂੰ ਕੌਣ ਲਿਖੇ ਏਡੀ ਵੱਡੀ ਨੂੰ, ਆਪਾਂ ਲਿਖਾਂਗੇ ਦ ਕੋਐਫੀਸ਼ੀਐਂਟ ਮੈਟ੍ਰਿਕਸ ਆਫ ਦੀਜ਼ ਇਕੁਏਸ਼ਨ। ਜਿਵੇਂ ਜਿਵੇਂ ਐਗਜ਼ਾਮਪਲਾਂ ਦੇਖਦੇ ਹੋ ਨਾ, ਤੁਹਾਨੂੰ ਫੇਰ ਕਲੀਅਰ ਹੁੰਦਾ, ਇਜ਼ ਆਫ ਰੈਂਕ 2, ਮਤਲਬ ਕੋਐਫੀਸ਼ੀਐਂਟ ਮੈਟ੍ਰਿਕਸ ਆ ਇਹ ਜਿਹੜੀ, ਇਹਦਾ ਰੈਂਕ ਕਿੰਨਾ ਆ ਗਿਆ, 2 ਆ ਗਿਆ, ਅਤੇ ਇਹ ਕੀ ਆ, ਲੈਸ ਦੈਨ ਨੰਬਰ ਆਫ ਵੇਰੀਏਬਲਸ। ਨੰਬਰ ਆਫ ਵੇਰੀਏਬਲਸ ਕਿੰਨੇ ਆ, 3, ਇਹਦਾ ਮਤਲਬ ਇਹਦਾ ਵੀ ਕਿੰਨਾ, 3 - 2 ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਹੋਣਗੇ, ਯਾਨੀ ਕਿ 3 - 2 ਕਿੰਨਾ ਹੁੰਦਾ, 1 ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਹੋਊਗਾ। ਸੋ ਆਪਾਂ ਲੱਭ ਲੈਂਦੇ ਹਾਂ, ਕਿਵੇਂ ਲੱਭੀਏ, ਉਹਦੇ ਵਾਸਤੇ ਕੀ ਕਰਨਾ ਪਊਗਾ, ਸਭ ਤੋਂ ਪਹਿਲਾਂ therefore ਇੱਥੇ ਲਿਖ ਲਓ, ਸਿਸਟਮ ਹੈਜ਼ 3 - 2 = 1 ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ, ਯਾਨੀ ਕਿ ਇੱਕ ਲੀਨੀਅਰਲੀ ਇੰਡੀਪੈਂਡੈਂਟ ਆਇਨ ਵੈਕਟਰ। ਸੋ ਉਹਨੂੰ ਸੋਲਵ ਕਰਨ ਵਾਸਤੇ ਕੀ ਕਰਾਂਗੇ ਆਪਾਂ, ਲਾਸਟ ਵਾਲੇ ਨੂੰ ਹੁਣ ਸੋਲਵ ਕਰ ਲਾਂਗੇ। ਦੇਖੋ ਅੱਗੇ ਮੈਂ ਕੀ ਕਰਦਾ ਸੀ, ਇਹਦੇ 'ਤੇ ਆਪਰੇਸ਼ਨ ਲਾਉਂਦਾ ਸੀ, ਫਿਰ ਇਹ ਬਣਦੀ ਸੀ, ਫਿਰ ਇਹ ਬਣ ਜਾਂਦੀ ਸੀ, ਫਿਰ ਇਹ ਬਣ ਜਾਂਦੀ ਸੀ, ਫਿਰ ਇਹਨੂੰ ਚੱਕ ਕੇ ਇਹਦੀ ਜਗ੍ਹਾ ਪੁੱਟ ਕਰ ਦਿੰਦਾ ਸੀ। ਹੁਣ ਉਹ ਕੰਮ ਨਹੀਂ ਕਰਨਾ ਪਿਆ, ਕਿਉਂ, ਕਿਉਂਕਿ ਪੁੱਟ ਹੋਇਆ ਹੀ ਪਿਆ, ਇਹਨੂੰ ਚੱਕ ਕੇ ਇਹਦੀ ਜਗ੍ਹਾ ਰੱਖੂੰਗਾ, ਇਹੀ ਚੀਜ਼ ਬਣੂਗੀ। ਸੋ ਇਹਨੂੰ ਹੀ ਹੁਣ ਸੋਲਵ ਕਰ ਲਾਂਗੇ ਆਪਾਂ, ਕੋਈ ਪੁੱਟ ਨਹੀਂ ਕਰਨਾ, ਕੁਛ ਨਹੀਂ ਕਰਨਾ, ਕਿਤੇ ਨਹੀਂ ਰੱਖਣਾ। ਕੀ ਆਊਗਾ ਆਪਣੇ, ਇਹਨੂੰ ਸੋਲਵ ਕਰ ਲਓ, -x - 2y - 2z = 0, 16y + 8z = 0। ਹੁਣ ਇੱਕ ਵੇਰੀਏਬਲ ਦੀ ਵੈਲਿਊ ਜੋ ਮਰਜ਼ੀ ਭਰ ਸਕਦੇ ਹਾਂ, ਸਾਰੇ ਸਿਸਟਮ ਨੂੰ ਇੱਕ ਵੇਰੀਏਬਲ ਵਿੱਚ ਐਕਸਪ੍ਰੈਸ ਕਰ ਲਓ। ਕੀ ਆਊਗਾ ਆਪਣੇ ਕੋਲ, z ਦੀ ਵੈਲਿਊ ਕੱਢ ਲੈਂਦੇ ਹਾਂ, ਇੱਥੇ ਕੀ ਆਊਗਾ, -2y, ਇਹਨੂੰ ਚੱਕ ਕੇ ਉੱਪਰ ਭਰਿਓ, x - 2y - 2 - 2y = 0 - x 4 + 2y = 0।
सो एक्स अपने को की आ गया, वो भी 2y आ गया। सो जेड भी 2y आ गया माइनस, ए प्लस दे आ गया, वाई की बराबर आ, वो तो वाई के बराबर आ। हुण जिहड़ा तेज काम करना चाहुंदा स्टूडेंट वो की करूगा, सीधा ही इन्हां नूं लिख दूगा एक्स वाई जेड। एक्स की वैल्यू की आ जूगी 2y, वाई की वैल्यू वाई, जेड की वैल्यू -2y। सो वो की करूगा अगले स्टैप च वाई नूं कॉमन कढ़ दूगा, 2 1 -2 आ जाऊगा। देयरफॉर वो की कहूगा, देयरफॉर 2 1 -2 इज़ लीनियरली इंडिपेंडेंट आयन वैक्टर। चलो लीनियरली इंडिपेंडेंट आयन वैक्टर लिख लिया, चाहे कला आयन वैक्टर लिखता, लीनियरली इंडिपेंडेंट नहीं लिखिया, एको ही गल आ। सो ये तुहाडा आंसर आ जाएगा। हुण कोई स्टूडेंट इत्थों y/2 भी बाहर कढ़ सकदा, फिर इत्थे की आ जाऊगा, कोई स्टूडेंट मान लो इत्थे 2y बाहर कढ़न लग गया, लो इत्थे की आ जाऊगा 1, इत्थे की आ जाऊगा 1/2, इत्थे की आ जाऊगा -1। सो वो कहूगा मेरा आंसर है जी 1 1/2 -1। ਇਹਦਾ भी ठीक आ, ਤੁਹਾਡਾ भी ठीक आ। जे कोई इतों 1000 वाई कॉमन कढ़ के इत्थे कुछ लिख दूगा, ਉਹਦਾ भी ठीक आ, कोई प्रॉब्लम नहीं। दूसरी गल, ਤੁਹਾਡਾ आयन वैक्टर ते ਤੁਹਾਡੇ फ्रेंड ਦਾ आयन वैक्टर टोटली अलग अलग हो सकते हैं, टोटली डिफरेंट हो सकते हैं। पर एक चीज़ याद रखियो, वो इनू जां ਇਹਦੇ ਕੋਰਸਪੋਂਡਿੰग ਇਹਨੂੰ खोल के की बनूगा 5x - 6y + 2z = 0, -6x 4y -4z = 0, 2x - 4y 0z = 0। इस सिस्टम नूं एंड ये सिस्टम नूं जदों तुसीं इहदे च पुट करोगे सैटिस्फाई करूगा। जिवें मैं चैक करना हुण ਇਹਨੂੰ ਆ ज़्यादातर ना शुरू वाले च पुट करीदा हुंदा, पता क्यों? क्योंकि ਇਹਦੇ ਨਾਲ ਤੁਹਾਡੇ रो ऑपरेशन ये सारे स्टैप चैक हो जाते हैं। ਇਹ ਵੀ ਵਿੱਚ ਹੀ ਸਾਰਾ। ਹੁਣ ਜੇ ਤੁਸੀਂ ਇਹਨੂੰ ਚੱਕ ਕੇ ਇਹਦੇ 'ਚ ਪੁੱਟ ਕਰੋਗੇ ਤਾਂ ਤੁਹਾਡਾ ਕੁਐਸਚਨ ਇੱਥੋਂ ਤੱਕ ਚੈੱਕ ਹੋਊਗਾ। ਜੇ ਤੁਸੀਂ ਇਹਨੂੰ ਇੱਥੇ ਹੀ ਪੁੱਟ ਕਰ ਦੋਗੇ, ਇਹਦਾ ਮਤਲਬ ਤੁਹਾਡਾ ਸਾਰਾ ਚੈੱਕ ਹੋ ਜਾਊਗਾ ਵੀ ਕੁਛ ਗਲਤ ਤਾਂ ਨਹੀਂ ਹੋਇਆ ਹੋਇਆ। ਹੁਣ ਮੈਂ ਚੱਕ ਕੇ ਜਿਹੜਾ ਆਪਣੇ ਕੋਲੇ ਆਨਸਰ ਕੀ ਆਇਆ ਹੋਇਆ, 2 1 -2 x ਕੀ ਆ, 2 y ਕੀ ਆ, 1 z ਕੀ ਆ, -2। ਇਹਨੂੰ ਚੱਕ ਕੇ ਆਪਾਂ ਪੁੱਟ ਕਰਦੇ ਹਾਂ, ਆਪਣਾ ਜਿਹੜਾ ਆਨਸਰ ਆ ਕੀ ਉਹ ਸਹੀ ਆ ਗਿਆ ਜਾਂ ਉਹ ਗਲਤ ਆ ਗਿਆ। एक्स की वैल्यू 2 भरो, वाई की वैल्यू 1 भरो, जेड की वैल्यू -2 भरो, की आता 5 दूनी 10 -6 -4। देखो 10 -10 की बन गया दूजे पासे 0। सो दूजे पासे 0 ही बननी चाहिए सी, जे 0 तो इलावा कुछ बनता है तो मतलब गलत। सेम सेंस इनू चक के सैकेंड इक्वेशन च भरो, फिर थर्ड इक्वेशन च भरो, तिन्ने ही सैटिस्फाई आउणगियां, तिन्ने ही दूजे पासे 0 बनूगा, तां तुहाडा इहदा मतलब सही आ। कोई जरूरत नहीं है बुक नाल मैच नहीं करता जी यह जा। दूसरी गल, आयन वैक्टर कदे भी 0 0 0 नहीं हो सकता। जे किसी का तिन्ने वैल्यूज़ 0 0 0 आ गई, यदा मतलब 101% क्वेश्चन गलत हल करता उन्हें, क्योंकि आप शुरू च लिख के चलते हैं एक्स आ जिहड़ा ये नॉन जीरो होगा। दूसरा आयन वैक्टर भी लभता। हुण तीसरी आयन वैल्यू किहड़ी सी, उहदे कोरसपोंडिंग आयन वैक्टर मैं लभण लगा। ठीक है, मान लो लैट थोड़ा जिहा फास्ट करांगे काम, एक्स नॉन जीरो जिहड़ा है, सॉरी एक्स आ जिहड़ा मैं मान लिया एक्स वाई जेड। तुहानूं लगूगा हर बार उही एक्स वाई जेड मन्नी जाने आ, ये भी गलत लगता है ना, नहीं, पर यह गलत नहीं है। इज आयन वैक्टर कोरसपोंडिंग टू लैमडा इज इक्वल टू 15, तो की होगा उही स्टैप आ, उही सारा कुछ आई जाना। फिर लैमडा की जगह पर की आ गया, हुण 15x आ गया। अगले स्टैप च तुसी विच आइडेंटिटी ला लैनी आ, फिर उस तो बाद a - 15i x आ जाना इज इक्वल टू 0 बन जाना। हुण a - 15i आ जिहड़ा वो आपां कैलकुलेट कीता होया किवें, आ देखो जिहड़ा शुरू च आपां मैट्रिक्स बनाई सी, जे तुहानूं याद होवे, मैं हुणे तुहानूं दस के हटिया, मैं पेज लभदा एक मिनट, आ वाली इत्थे लैमडा की जगह 15 पुट कर दो बस। ठीक है, इधर a - 15i है, इत्थे लैमडा की जगह 15 पुट कर दो, की आऊगा, मैं लैमडा की जगह 15 पुट कर लगा, a - 15 -6 2 -6 7 - 15 -4 2 -4 3 -15। जे तुसीं थोड़ा जिहा होर ध्यान नाल देखो तो कल्ली डायगनल एलीमेंट आ जिहड़े उन्हां चों 15 निकल गया, बाकी सारी मैट्रिक्स आ वो आ जिहड़ी गिवन मैट्रिक्स आ उपर दित्ती हुई है। बाकी सारियां एंट्रियां ਉਹਦੇ 'ਚ कुछ नहीं चेंज हो रहा, सारियां सेम आ, सिर्फ डायगनल वालियां चों 15 निकल गया। ये शॉर्टकट वाल जान के ध्यान दवा रहा मैं तुहाडा, हौली हौली आपे ही तुहाडी स्पीड बन जानी है। हुण इहनूं सॉल्व कर लो, की बनूगा ये
-7 -6 2 -6 -8 -4 2 -4 -12 XYZ ਇੱਥੇ ਉਵੇਂ ਹੀ ਆ ਗਿਆ, ਇੱਥੇ 0 0 0 ਆ ਗਿਆ। ਹੁਣ ਇਹਦੇ 'ਤੇ ਆਪਰੇਸ਼ਨ ਲਾਉਣੇ ਸ਼ੁਰੂ ਕਰੋ। ਆਪਰੇਸ਼ਨ ਹੁਣ ਤੁਹਾਨੂੰ ਲਾਉਣੇ ਆਉਂਦੇ ਆ ਅੱਛਾ ਦੂਜੀ ਗੱਲ ਇਹ ਧਿਆਨ ਰੱਖਿਓ, ਜਦੋਂ ਇੱਥੇ ਰੋ ਆਪਰੇਸ਼ਨ ਲਾਉਣੇ ਹੋ ਨਾ ਇਹ ਸਾਈਨ ਨਹੀਂ ਵਰਤਣਾ। ਮਤਲਬ ਜਿਵੇਂ ਜਿਵੇਂ ਮੈਂ ਕੀਤਾ ਨਾ ਹੁਣੇ ਕੁਐਸਚਨ, ਜਦੋਂ ਤਾਂ ਇਹਨੂੰ ਇਸ ਤਰੀਕੇ ਨਾਲ ਅੱਡ ਕੱਢ ਕੇ ਇਹਦੇ 'ਤੇ ਆਪਰੇਸ਼ਨ ਲਾਉਣੇ ਤਾਂ ਤੁਸੀਂ ਇਹ ਸਾਈਨ ਲਾਉਣਾ। ਜਦੋਂ ਤੁਸੀਂ ਐਂ ਕਰਦੇ ਹੋ ਜਿਵੇਂ ਆਹ ਕੀਤਾ ਸੀਗਾ ਕੰਮ, ਮੇਰੇ ਕੋਲ ਉਹ ਪੇਜ ਪਤਾ ਨਹੀਂ ਕਿੱਧਰ ਗਿਆ, ਇੱਕ ਮਿੰਟ ਵੇਟ ਕਰੋ। ਆਹ ਦੇਖੋ ਜਿਵੇਂ ਆਹ ਕੀਤਾ, ਇੱਥੇ ਨਾ ਇਹ ਸਾਈਨ ਲਾਈ ਜਾਇਓ, ਇੱਥੇ ਨਹੀਂ ਲੋੜ ਹੈਗੀ। ਮੈਟ੍ਰਿਕਸ ਜਦੋਂ ਕੱਲੀ ਕੱਢ ਲਈ ਉਦੋਂ ਉਹਦੇ 'ਤੇ ਸਾਈਨ ਇਹ ਲਾਉਣਾ ਪੈਂਦਾ, ਸੋ ਇਹ ਸਾਈਨ ਇੱਥੇ ਨਹੀਂ ਲਾਉਣਾ। ਅੱਛਾ ਅਤੇ ਇਹਦੇ 'ਤੇ ਆਪਰੇਸ਼ਨ ਲਾ ਕੇ ਤੁਸੀਂ ਇਹਨੂੰ ਸਿੰਪਲ ਐਕਲਨ ਫਾਰਮ 'ਚ ਲਿਖ ਲਈ। ਇਹ ਆ ਗਈ ਤੁਹਾਡੀ, ਮੈਂ ਬੁੱਕ ਤੋਂ ਦੇਖ ਕੇ ਲਿਖ ਲੈਣਾ -1 2 6 0 -20 -40 ਇੱਥੇ ਆ ਗਿਆ 0 0 0 ਨਾਲ ਕੀ ਹੈ XYZ ਹੀ ਪਿਆ ਹੋਇਆ, ਦੂਜੇ ਪਾਸੇ 0 0 0। ਠੀਕ ਹੈ, ਹੁਣ ਇਹਨੂੰ ਸੋਲਵ ਕਰ ਦਿਓ ਬਸ। ਠੀਕ ਹੈ, ਕਿੰਨਾ ਰੈਂਕ ਆਇਆ ਇਹਦਾ 2, ਵੇਰੀਏਬਲ ਕਿੰਨੇ ਆ 3, ਸੋ 3 - 2 ਕੀ ਹੋਊਗਾ, ਇੱਕ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਹੋਊਗਾ। ਜਾਣ ਕੇ ਮੈਂ ਜਲਦੀ 'ਚ ਕਰਨ ਲੱਗ ਗਿਆ ਥੋੜ੍ਹਾ ਜਿਹਾ, ਦੇਖੋ ਲਿਖਣਾ ਸਾਰਾ ਕੁਛ ਹੀ ਹੁੰਦਾ, ਦਿਮਾਗ ਸਪੀਡ ਨਾਲ ਚੱਲੇ ਤੁਹਾਡਾ, ਉੱਥੇ ਇਹ ਧਿਆਨ ਰੱਖਿਓ। ਇਹਨੂੰ ਕਰ ਲਓ, ਕੀ ਆਊਗਾ -X 2y + 6z = 0, ਫਿਰ ਇਹ -20y -40z = 0, z ਕੀ ਆਊ y ਕੀ ਆਊਗਾ, ਇਹਨੂੰ ਸੋਲਵ ਕਰ ਲਓ 2z, ਇਹਨੂੰ ਉੱਪਰ ਭਰ ਲਿਓ, ਇਹ y ਦੀ ਵੈਲਿਊ ਕੀ ਆਊਗਾ, ਇੱਧਰਲੇ ਪਾਸੇ ਕਰਦਾ, ਇੱਧਰ ਆ ਜਾਏਗਾ x ਦੀ ਵੈਲਿਊ -x 2y ਦੀ ਵੈਲਿਊ ਭਰ ਦਿਓ 2z ਪਲੱਸ ਇੱਥੇ 6z = 0, x ਕੀ ਆ ਜਾਊਗਾ 2z 6 - 4 x 2z y ਵੀ 2z ਅਤੇ z ਤਾਂ ਜਿਹੜਾ ਉਹ z ਦੇ ਬਰਾਬਰ ਹੈਗਾ ਹੀ ਆ। ਹੁਣ ਸਟੂਡੈਂਟ ਕੀ ਕਰੂਗਾ ਕਿ x ਦੀ ਵੈਲਿਊ ਭਰ ਦੂਗਾ 2z, y ਦੀ ਵੈਲਿਊ 2z, z ਦੀ ਵੈਲਿਊ z, ਅਤੇ ਅਗਲੇ ਸਟੈਪ 'ਚ z ਬਾਹਰ ਕੱਢ ਦੂਗਾ 2 2 1 ਅਤੇ ਕਹੂਗਾ 2 2 1 ਉਹਦਾ ਲੀਨੀਅਰਲੀ ਇੰਡੀਪੈਂਡੈਂਟ ਆਇਨ ਵੈਕਟਰ ਆ ਗਿਆ। ਠੀਕ ਹੈ, ਬਸ ਇੰਨਾ ਕੁ ਕੰਮ ਹੁੰਦਾ। ਹੁਣ ਸਭ ਤੋਂ ਪਹਿਲਾਂ ਤੁਸੀਂ ਕਰਨਾ ਐਗਜ਼ਾਮਪਲ ਚੱਕਣੀ ਹੈ, ਫਿਰ ਇਹ ਲਿਖਣੀ ਹੈ। ਹੁਣ ਇੱਕ ਚੀਜ਼ ਰਹਿ ਗਈ ਰਾਜੇ, ਕਈ ਵਾਰੀ ਪਤਾ ਕੀ ਹੁੰਦਾ, ਕਈ ਵਾਰੀ ਮੈਂ ਇੱਥੇ ਮੰਨਾਂ ਜਿਵੇਂ x ਆਇਨ ਵੈਕਟਰ, ਮੈਂ ਵੈਸੇ ਹੀ ਹਿੰਟ ਦੇਣ ਲੱਗਾ, ਇਹੋ ਜਿਹੇ ਕੁਐਸਚਨ ਵੀ ਆਉਣਗੇ, ਥੋੜ੍ਹਾ ਜਿਹਾ ਧਿਆਨ ਨਾਲ ਦੇਖ ਲਓ ਅੱਜ, ਕਿਉਂਕਿ ਟਾਈਮ ਨਹੀਂ ਮਿਲਿਆ ਮੈਨੂੰ ਕਰਾਉਣ ਦਾ। XYZ ਜਿਹੜਾ ਮੰਨ ਲਓ ਇਹ ਨੋਨ ਜ਼ੀਰੋ ਆਇਨ ਵੈਕਟਰ ਤੁਸੀਂ ਲੈ ਲਿਆ, ਅਤੇ ਆਇਨ ਵੈਲਿਊ ਨਾ ਤੁਹਾਡੀਆਂ ਆਈਆਂ ਹੋਈਆਂ ਮੰਨ ਲਓ λ1 1 2, ਜਦੋਂ ਆਇਨ ਵੈਲਿਊ ਇਕੁਅਲ ਆ ਜਾਂਦੀਆਂ ਤਾਂ ਉਦੋਂ ਸਭ ਤੋਂ ਪਹਿਲਾਂ λ = 1 ਇਹ ਕੇਸ ਇੱਕ ਹੀ ਵਾਰੀ ਡਿਸਕਸ ਕਰਨਾ, ਡਿਸਕਸ ਓਨਲੀ ਵਨ ਟਾਈਮ। ਇਹ ਨਹੀਂ ਵੀ ਇੱਕ ਵਾਰੀ ਕਰ ਲਿਆ ਦੂਸਰੀ ਵਾਰ ਫਿਰ λ1 ਹੀ ਪੁੱਟ ਕਰ ਲਿਆ, ਦੂਜੀ ਵਾਰ ਕਿਉਂ ਕਰੋਗੇ ਉਹਨੂੰ, ਇੱਕ ਵਾਰੀ ਜੋ ਕੀਤਾ ਜੋ ਆਇਆ ਦੂਜੀ ਵਾਰ ਵੀ ਤਾਂ ਉਹੀ ਆ ਜਾਊਗਾ, ਫਿਰ λ2 ਵਾਸਤੇ ਕਰੋਗੇ। ਠੀਕ ਹੈ, ਜੇ ਮੰਨ ਲਓ ਤੁਹਾਡੀਆਂ ਆਇਨ ਵੈਲਿਊ ਆ ਗਈਆਂ λ1 1 1, ਫਿਰ ਇਹਦਾ ਮਤਲਬ ਇੱਕ ਹੀ ਵਾਰੀ ਡਿਸਕਸ ਹੋਣਾ ਇਹ, ਮਤਲਬ ਇਹ ਜਿਵੇਂ a - ax λx ਆ ਗਿਆ, ax 1x ਆ ਗਿਆ, ਫਿਰ ਅਗਲੇ ਸਟੈਪ 'ਚ ਕੀ ਆ ਜਾਊਗਾ 1i x = 0, ਇੱਥੇ x ਤੁਸੀਂ ਲੱਭ ਲਿਆ ਹੈ ਨਾ, ਆਪਰੇਸ਼ਨ ਲਾ ਕੇ। ਹੁਣ ਇਹ ਨਹੀਂ ਵੀ ਅਗਲੀ ਵਾਰ ਸਰ ਮੈਂ ਦੂਜੇ ਵਾਸਤੇ ਵੀ λ1 ਫਿਰ ਤੀਜੇ ਵਾਸਤੇ ਵੀ λ1, ਪਤਾ ਤਾਂ ਹੈ ਉਹੀ ਰਿਪੀਟ ਹੋਊਗਾ ਸਾਰਾ ਕੁਝ, ਫਿਰ ਇੱਕ ਹੀ ਵਾਰੀ ਹੋਊਗਾ ਇਹ। ਠੀਕ ਹੈ, ਇੱਕ ਤਾਂ ਇਹ ਚੀਜ਼ ਦਾ ਧਿਆਨ ਰੱਖਣਾ। ਇੱਥੇ ਹੁਣ ਸਿਰਫ 2 ਕੇਸ ਡਿਸਕਸ ਹੋਣਗੇ, ਪਿਛਲੀ ਵਾਰ ਕਿੰਨੇ ਹੋਏ ਆ, 0 ਵਾਸਤੇ ਅੱਡ ਹੋਇਆ, 3 ਵਾਸਤੇ ਅੱਡ ਹੋਇਆ, 15 ਵਾਸਤੇ ਅੱਡ ਹੋਇਆ, 3 ਵਾਰ ਡਿਸਕਸ ਕੀਤਾ। ਇੱਥੇ 2 ਹੋਣਗੇ, 1 ਵਾਸਤੇ 1, 2 ਵਾਸਤੇ 1, 2 ਸਿਰਫ। ਉਸ ਤੋਂ ਬਾਅਦ ਇੱਕ ਹੋਰ ਚੀਜ਼ ਹੁੰਦੀ ਹੈ, ਕੱਲ੍ਹ ਨੂੰ ਮੈਂ ਕਰਵਾਊਂਗਾ ਤਾਂ ਇਹ ਕੁਐਸਚਨ, ਇੱਕ ਹੋਰ ਚੀਜ਼ ਹੁੰਦੀ ਹੈ, ਜਦੋਂ ਆਇਨ ਵੈਲਿਊ ਆ ਜਾਣ ਨਾ 1 1 2, ਮੰਨ ਲਓ ਇਹ ਜਿਹੀਆਂ ਆ ਗਈਆਂ 2 ਰਿਪੀਟਡ ਆ ਗਈਆਂ ਸੇਮ, ਅਤੇ ਜਦੋਂ ਤੁਸੀਂ λ = 1 ਵਾਸਤੇ ਆਇਨ ਵੈਕਟਰ ਮੰਨ ਲਿਆ ਇਹ, ਮੰਨ ਲਓ ਹੈ ਨਾ, ਤੁਸੀਂ ਸ਼ੁਰੂ ਹੋ ਗਏ ਐਂ ਕੰਮ ਕਰਨਾ ਇਹਦੇ ਵਾਸਤੇ, ਤੁਸੀਂ ਕੀ ਕਰੋਗੇ ax = 1x ਲੱਖ 'ਚ ਚੱਲ ਪਏ, a - i = x = 0 ਰੱਖ ਕੇ ਚੱਲ ਪਏ, ਫਿਰ ਇੱਥੇ ਮੈਟ੍ਰਿਕਸ ਜੀ ਬਣਾ ਲਈ, a ਦੀਆਂ ਡਾਇਗਨਲ ਐਲੀਮੈਂਟ 'ਚੋਂ ਕੀ ਘਟਾਉਂਗੇ ਹੁਣ 1 1 1 ਘਟੂਗਾ, ਕਿਉਂਕਿ ਆਈਡੈਂਟਿਟੀ ਦੇ ਡਾਇਗਨਲ 'ਚ ਸਿਰਫ 1 1 1 ਹੀ ਹੁੰਦਾ, ਸੋ ਘਟ ਕੇ ਮੰਨ ਲਓ ਮੈਟ੍ਰਿਕਸ ਤੁਸੀਂ ਇਹ ਬਣਾ ਲਈ 4 5 6 7 8 9 10 11 12,
ठीक है। ਹੁਣ ਮੰਨ ਲਓ ਉਸ ਤੋਂ ਬਾਅਦ ਤੁਸੀਂ ਰੋ ਆਪਰੇਸ਼ਨ ਲਾਉਂਦੇ ਗਏ। ਇਹ ਮੈਂ ਤਾਂ ਡਿਸਕਸ ਕਰ ਰਿਹਾ ਵੀ ਅੱਜ ਤੁਸੀਂ ਇਹੋ ਜਿਹੇ ਕੁਐਸਚਨ ਜਿਹਨੇ ਥੋੜ੍ਹੇ ਬਹੁਤੇ ਸਟੂਡੈਂਟ ਆ ਉਹ ਡਿਸਕਸ ਕਰ ਲੈਣ, ਮਤਲਬ ਬੁੱਕ 'ਚੋਂ ਜੇ ਉਹਨਾਂ ਤੋਂ ਹੁੰਦੇ ਆ ਤਾਂ ਕਰ ਲੈਣ। ਵੈਸੇ ਕੱਲ੍ਹ ਨੂੰ ਮੈਂ ਇੱਕ ਕੁਐਸਚਨ ਕਰਾਊਂਗਾ ਇਹਦੇ ਨਾਲ ਦਾ। ਮੰਨ ਲਓ ਉਹਨੇ ਰੋ ਆਪਰੇਸ਼ਨ ਲਾਇਆ ਅਤੇ ਰੋ ਆਪਰੇਸ਼ਨ ਲਾਉਣ ਵੇਲੇ ਆਹ ਬਣ ਗਈ ਮੈਟ੍ਰਿਕਸ। ਹੁਣ ਇਹ ਤਾਂ ਪੰਗਾ ਪੈ ਗਿਆ। ਪੰਗਾ ਕੀ ਆ? ਮੈਟ੍ਰਿਕਸ ਕੋਫੀਸ਼ੀਐਂਟ ਮੈਟ੍ਰਿਕਸ ਆ ਜਿਹੜੀ, ਉਹਦਾ ਰੈਂਕ ਕਿੰਨਾ? ਕੋਫੀਸ਼ੀਐਂਟ ਮੈਟ੍ਰਿਕਸ ਇਹ ਸੀ, ਉਹਦਾ ਰੈਂਕ ਇਹਨੇ ਦੱਸਣਾ ਕਿੰਨਾ ਆ ਗਿਆ 1, ਅਤੇ ਵੇਰੀਏਬਲ ਕਿੰਨੇ ਆ 3, ਅਤੇ ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਕਿੰਨੇ ਆਉਣਗੇ 2। ਜਾਣੀ ਕਿ 2 ਆਇਨ ਵੈਕਟਰ ਆਉਣਗੇ ਇੱਥੇ। ਲੈਮਡਾ ਆਇਨ ਵੈਲਿਊ ਜਿਹੜੀ ਵੀ ਸੀਗੀ 1 ਦੇ ਕੋਰਸਪੋਂਡਿੰਗ 2 ਆਇਨ ਵੈਕਟਰ। ਅਤੇ ਇਹ ਵੀ ਹੋ ਸਕਦਾ ਸੀ ਵੀ ਇੱਕ ਹੀ ਆਉਂਦਾ। ਹੁਣ ਇਹ ਨਾ ਸੋਚੋ ਵੀ ਸਰ ਇੱਥੇ 2 ਪਾਇਆ ਸੀ ਤਾਂ ਕਹਿੰਦੇ ਆ ਵੀ 2 ਆਉਣਗੇ, ਨਹੀਂ। ਇਹ ਵੀ ਹੋ ਸਕਦਾ ਸੀ ਵੀ ਇੱਥੇ ਇੱਕ ਹੀ ਆ ਜਾਂਦਾ ਆਇਨ ਵੈਕਟਰ। ਕੋਈ ਰੂਲ ਨਹੀਂ ਹੈ ਇਹ ਜਿਹਾ। ਜਿਹੜਾ ਰੂਲ ਇੱਕ ਹੈਗਾ ਉਹ ਮੈਂ ਬਾਅਦ 'ਚ ਦੱਸੂ ਤੁਹਾਨੂੰ, ਹਜੇ ਬੇਸਿਕ ਕਰ ਲਓ। ਫਿਰ ਇੱਥੇ ਕੀ ਕਰਦੇ ਤੁਸੀਂ ਰਾਜੇ? ਇਹ ਕੁਐਸਚਨ ਆਪਾਂ ਕੀਤੇ ਹੋਏ ਆ। 2 ਲੀਨੀਅਰਲੀ ਇੰਡੀਪੈਂਡੈਂਟ ਸੋਲਿਊਸ਼ਨ ਜਦੋਂ ਆਉਂਦੇ ਹੁੰਦੇ ਆ ਉਦੋਂ ਕਿਵੇਂ ਹੱਲ ਕਰਨਾ, ਇਹ ਆਪਾਂ ਕੀਤਾ ਹੋਇਆ ਡਿਸਕਸ। ਇਹਨੂੰ ਸਿੱਧਾ ਖੋਲ੍ਹ ਲਓ, ਸਾਰੇ ਸਿਸਟਮ ਨੂੰ 2 ਵੇਰੀਏਬਲ 'ਚ ਐਕਸਪ੍ਰੈਸ ਕਰ ਦੋਗੇ ਤੁਸੀਂ। ਦੇਖੋ ਇਹ ਤਾਂ ਬਹੁਤ ਸੌਖਾ। ਇਹਨੂੰ ਪ੍ਰੋਡਕਟ ਕਰੋ, 4x ਆ ਜਾਓਗੇ, 5y ਆ ਜਾਊਗਾ, ਫਿਰ ਉਸ ਤੋਂ ਬਾਅਦ 6z = 0 ਆ ਗਿਆ। ਸਾਰੇ ਸਿਸਟਮ ਨੂੰ 2 ਵੇਰੀਏਬਲ 'ਚ ਐਕਸਪ੍ਰੈਸ ਕਰੋ। ਦੇਖੋ ਸਾਰੇ ਸਿਸਟਮ 'ਚ ਇਕੁਏਸ਼ਨ ਹੀ ਇੱਕ ਬਚੀ ਆ। ਸੋ x ਨੂੰ ਐਕਸਪ੍ਰੈਸ ਕੀਤਾ -5 ਅਤੇ -6z 'ਚ x ਕੀ ਆ ਜਾਊਗਾ -5। ਇਹ ਆ ਜਾਊਗਾ ਨਾ x ਦੀ ਵੈਲਿਊ। ਅਤੇ ਸਟੂਡੈਂਟ ਕੀ ਕਰੂਗਾ ਇਸ ਤੋਂ ਬਾਅਦ? ਆਪਾਂ ਇੱਕ ਕੁਐਸਚਨ ਕੀਤਾ ਵੀ ਸੀ ਇਹ ਜਿਹਾ। ਸਟੂਡੈਂਟ ਕੀ ਕਰੂਗਾ? x y z ਲਿਖ ਲੂਗਾ। x ਦੀ ਵੈਲਿਊ ਹੈ ਜਿਹੜੀ 2 ਵੇਰੀਏਬਲ 'ਚ ਐਕਸਪ੍ਰੈਸ ਕੀਤੀ ਆ ਉਹ ਲਿਖ ਲੂਗਾ। y ਦੀ ਜਗ੍ਹਾ y ਰਹਿਣ ਦੇਊਗਾ, z ਦੀ ਜਗ੍ਹਾ z ਰਹਿਣ ਦੇਊਗਾ। ਕਿਉਂ? ਕਿਉਂਕਿ ਸਾਰਾ ਸਿਸਟਮ ਆਪਾਂ y, ਦੇਖੋ ਇਸ ਇਕੁਏਸ਼ਨ ਤੋਂ ਪਤਾ ਲੱਗਦਾ ਆਪਾਂ ਨੂੰ ਸਾਰਾ ਸਿਸਟਮ ਕਿਹਦੇ 'ਚ ਐਕਸਪ੍ਰੈਸ ਕੀਤਾ। ਸਾਰਾ ਸਿਸਟਮ y ਅਤੇ z 'ਚ ਐਕਸਪ੍ਰੈਸ ਕੀਤਾ। ਆਪਾਂ 2 'ਚ ਹੀ ਐਕਸਪ੍ਰੈਸ ਕਰਨਾ ਸੀਗਾ, ਸੋ 2 ਵੇਰੀਏਬਲ 'ਚ ਐਕਸਪ੍ਰੈਸ ਕਰਤਾ, ਗੇਮ ਖਤਮ ਹੋ ਗਈ। ਪਰ ਹਜੇ ਵੀ ਆਪਣੇ ਕੋਲ ਪਿਆ y, ਇੱਕ z। y ਨੂੰ y ਅਤੇ z 'ਚ ਕਿਵੇਂ ਐਕਸਪ੍ਰੈਸ ਕਰੋਗੇ? 1y 0z। z ਨੂੰ ਕਿਵੇਂ ਕਰੋਗੇ? 0y 1z। ਸੋ ਇਹ ਵੈਲਿਊ ਵੀ ਇੱਥੇ ਭਰਤੀ ਆਪਾਂ, 1y 0z 0y 1z। ਇੱਕ ਚੀਜ਼ ਯਾਦ ਰੱਖਿਓ, y ਵਾਲਿਆਂ ਨੂੰ y ਦੇ ਥੱਲੇ ਰੱਖਿਓ, z ਵਾਲਿਆਂ ਨੂੰ z ਦੇ ਥੱਲੇ ਰੱਖਿਓ। ਅਗਲੇ ਸਟੈਪ 'ਚ ਇਹਨਾਂ ਨੂੰ ਸੈਪਰੇਟ ਕਰ ਲਓ। ਹੁਣ ਅਗਲੇ ਸਟੈਪ 'ਚ y ਕਾਮਨ ਕੱਢ ਦਿਓ। ਅਤੇ z ਕਾਮਨ ਕੱਢ ਦਿਓ। ਹੁਣ ਜਿਹੜੇ 2 ਸੋਲਿਊਸ਼ਨ ਆ ਗਏ ਇਹ -5/4 1 0 ਅਤੇ -6/4 0 1, ਇਹ ਤੁਹਾਡੇ ਆਇਨ ਵੈਕਟਰ ਆ ਗਏ। ਕਿੰਨੇ ਆ ਗਏ ਇਹ? 2। ਕਈ ਵਾਰੀ 2 ਆਇਨ ਵੈਕਟਰ ਵੀ ਆ ਜਾਂਦੇ ਹੁੰਦੇ ਆ, ਤਾਂ ਇਹ 'ਤੇ ਕਨਫਿਊਜ਼ ਨਾ ਹੋਇਓ। ਅਤੇ ਜੇ ਤੁਸੀਂ ਚਾਹੁੰਦੇ ਹੋ ਵੀ ਇਹਨਾਂ ਨੂੰ ਚੈੱਕ ਕਰਨਾ, ਇਹ ਕੱਲਾ ਇਹ ਜਿਹੜਾ ਸਿਸਟਮ ਆ ਨਾ ਸ਼ੁਰੂ 'ਚ ਇਹਨੂੰ ਸੈਟਿਸਫਾਈ ਕਰੂਗਾ। ਮਤਲਬ ਇਹਨੂੰ ਪ੍ਰੋਡਕਟ ਕਰ ਲਿਓ ਰਫ ਕੰਮ 'ਚ। 4x 5y 6z = 0, 7x 8y 9z = 0, 10x 11y 12z = 0। ਇਹ ਇਕੱਲੇ ਨੂੰ ਜੇ ਤੁਸੀਂ ਇਹਦੇ 'ਚ ਪੁੱਟ ਕਰੋਗੇ ਸੈਟਿਸਫਾਈ ਕਰੂਗਾ ਸਾਰੇ ਨੂੰ। ਫਿਰ ਇਹ ਇਕੱਲੇ ਨੂੰ ਇਹਦੇ 'ਚ ਪੁੱਟ ਕਰੋਗੇ ਇਹ ਸਾਰੇ ਨੂੰ ਸੈਟਿਸਫਾਈ ਕਰੂਗਾ। ਇਹ ਨਾ ਵੀ ਇਹਨੂੰ ਜੋੜ ਕੇ ਨਾ ਕਰ ਦਿਓ, ਠੀਕ ਆ? ਵੈਸੇ ਜੋੜ ਕੇ ਕਰੋਗੇ ਇੱਥੇ ਉਹ ਵੀ ਕਰ ਜਾਣਾ, ਪਰ ਕਰਿਓ ਨਾ, ਇਕੱਲੇ ਨੂੰ ਕਰਕੇ ਦੇਖਿਓ। ਮਤਲਬ 2 ਆਇਨ ਵੈਕਟਰ ਵੀ ਹੋ ਜਾਂਦੇ ਆ। ਜਿਵੇਂ ਇਹ ਆ ਲੈਮਡਾ = 2 2 2, 3 ਆਇਨ ਵੈਲਿਊਜ਼ ਆ ਗਈਆਂ, ਠੀਕ ਆ? ਹੋ ਸਕਦਾ ਇੱਥੇ 3 ਆਇਨ ਵੈਕਟਰ ਮਿਲ ਜਾਣ, ਹੋ ਸਕਦਾ 2 ਮਿਲ ਜਾਣ, ਹੋ ਸਕਦਾ 1 ਮਿਲੇ, ਠੀਕ ਹੈ? ਇਹ ਡਿਪੈਂਡ ਕਰਦਾ ਹੁੰਦਾ ਕੁਐਸਚਨ 'ਤੇ। ਸੋ ਇਹ ਆਇਨ ਵੈਕਟਰ ਫਾਈਂਡ ਆਊਟ ਕਰ ਲਿਓ ਹੁਣ ਆਪੇ।